ਵਾਹਿਗੁਰੂ ਸਾਹਿਬ ਜੀ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਹਰ ਸਿਮਰਤ ਮਨ ਤਨ ਸੁਖੀ, ਬਿਨਸੀ ਦੁਤੀਆ ਸੋਚ। ਨਾਨਕ ਟੇਕ ਗੋਪਾਲ ਕੀ, ਗੋਬਿੰਦ ਸੰਕਟ ਮੋਚ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ, ਕੋਟ ਪਰਾਧ ਹਮਾਰੇ ਖੰਡਹੁ। ਅਨਕ ਵਿਧੀ ਸਮਝਾਵਹੁ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵਹੁ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵਹੁ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਬਖਸ਼ਿਸ਼, ਸਤਿਗੁਰੂ ਜੀ ਦੀ ਰਹਿਮਤ ਹੈ, ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠ ਕੇ ਆਪ ਜੀ ਜੋ ਹਰ ਮਹੀਨੇ ਪਹਿਲੇ ਬੁੱਧਵਾਰ ਵਾਲੇ ਦਿਨ ਵਿਸ਼ੇਸ਼ ਰੂਪ ਵਿੱਚ ਦੀਵਾਨ ਸਜਾਏ ਜਾਂਦੇ ਹਨ, ਉਹਨਾਂ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਹੋ, ਜਿਸ ਵਿੱਚ ਆਪ ਜੀਆਂ ਨੇ ਸ਼ਾਮ ਦੇ ਵਕਤ ਤੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਨਿਤਨੇਮ, ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਇਸੇ ਹੀ ਲੜੀ ਦੇ ਵਿੱਚ ਕੁਝ ਕੁ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ। ਆਪ ਜੀਆਂ ਨਾਲ ਗੁਰਮਤਿ ਵਿਚਾਰਾਂ, ਗੁਰਬਾਣੀ ਸਿਧਾਂਤ ਦੀਆਂ ਵਿਚਾਰਾਂ ਦੀ ਸਾਂਝ ਪਾ ਸਕਾਂ। ਸਤਿਗੁਰੂ ਜੀ ਬਖਸ਼ਿਸ਼ ਕਰਨ। ਆਓ ਸਭ ਤੋਂ ਪਹਿਲਾਂ ਅਰਦਾਸ ਕਰੀਏ। ਸਤਿਗੁਰੂ ਜੀ ਸਾਡੇ ਸਭਨਾਂ ਦੇ ਅੰਦਰ ਆਪ ਵਰਤ ਕੇ ਇਸ ਸਮੇਂ ਦੀ ਸਾਂਝ ਸਤਿਗੁਰੂ ਜੀ ਆਪਣੇ ਨਾਲ ਪਵਾ ਲੈਣਾ। ਪਿਆਰਿਓ, ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਹਾਂ। ਹੁਣੇ ਸਤਿਕਾਰਯੋਗ ਭੈਣ ਜੀ ਹੋਰੀ ਸ਼ਬਦ ਗਾਇਨ ਕਰ ਰਹੇ ਸੀ, ਜਿਸ ਵਿੱਚ ਮਨੁੱਖੀ ਜੀਵਨ ਦਾ ਇੱਕ ਪੱਖ ਜਿਹੜਾ ਮੂਲ ਨਾਲੋਂ ਟੁੱਟਿਆ ਹੋਇਆ ਹੈ, ਉਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਕੀਤਾ ਗਿਆ। ਬਾਰਾਂ ਸਾਲ ਦੀ ਉਮਰ, 20 ਸਾਲ ਦੀ ਉਮਰ, 30 ਸਾਲ ਦੀ ਉਮਰ, ਜਵਾਨੀ ਲੰਘ ਗਈ, ਬੁਢੇਪਾ ਆ ਗਿਆ। ਜਦੋਂ ਬਜ਼ੁਰਗੀ ਦਾ ਜ਼ੋਰ ਪੈ ਗਿਆ, ਉਦੋਂ ਕਿਤੇ ਚਿੱਤ ਦੇ ਵਿੱਚ
ਧਰਮ ਵਾਲੇ ਪਾਸੇ ਦੀ ਗੱਲ ਜਿਹੜੀ ਸੀ ਉਹ ਸਮਝਾਉਣ ਦੀ ਕਹਿ ਲਓ ਕਿ ਯਾਦ ਆਈ। ਭਾਈ ਸਾਹਿਬ ਜੀ ਨੇ ਇੱਕ ਬੜੀ ਖੂਬਸੂਰਤ ਗਾਥਾ ਲਿਖੀ ਹੈ। ਗੁਰਬਾਣੀ ਦੇ ਅਰਥ ਸਮਝਣ ਵਾਸਤੇ ਮੇਰੇ ਖਿਆਲ ਨਾਲ ਜਿਹੜਾ ਸ਼ਬਦ ਗਾਇਨ ਕੀਤਾ ਸੀ ਭੈਣ ਜੀ ਹੋਰਾਂ ਨੇ, ਬੜੀ ਸਹਾਈ ਹੋਵੇਗੀ। ਇਹਦਾ ਭਾਵ ਕੀ ਹੈ, ਸਾਰ ਤੱਤ ਕੀ ਹੈ ਸ਼ਬਦ ਦਾ। ਭਾਈ ਸਾਹਿਬ ਲਿਖਦੇ ਨੇ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਦਰਬਾਰ ਸਜਿਆ ਤੇ ਕਾਬਲ ਦੇ ਇਲਾਕੇ ਦੇ 2 ਗੁਰਸਿੱਖ ਕੀਰਤਨ ਕਰਦੇ ਨੇ। ਉਹ ਪਹਿਲੀ ਵਾਰ ਕਿਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਸੰਗਤ ਉਧਰੋਂ ਆ ਰਹੀ ਸੀ, ਉਹ ਵੀ ਨਾਲ ਉਹਨਾਂ ਨੇ ਸੰਗਤ ਦਾ ਸਾਥ ਕੀਤਾ। ਗੁਰੂ ਦਰਬਾਰ ਵਿੱਚ ਪਹੁੰਚੇ। ਉਹਨਾਂ ਦੋਨਾਂ ਭਰਾਵਾਂ ਦਾ ਨਾਂ ਭਾਈ ਸੱਧੂ ਜੀ ਤੇ ਭਾਈ ਮੱਧੂ ਜੀ ਕਰਕੇ ਲਿਖਿਆ ਹੈ। ਸੱਧੂ ਮੱਧੂ ਦੋਨੋਂ ਭਰਾਤਾ, ਗਾਵੇਂ ਰਾਗ ਭਲੀ ਬਿਦ ਪਾਤਾ। ਰਾਗ ਗਾਉਂਦੇ ਨੇ। ਉਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਏ, ਗੁਰਬਾਣੀ ਗਾਇਨ ਕੀਤੀ ਤੇ ਖੜੇ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਹੱਥ ਜੋੜ ਕੇ ਸਵਾਲ ਕੀਤਾ ਉਹਨਾਂ ਨੇ। ਮੈਂ ਕਈ ਵਾਰ ਨਾ ਜਦੋਂ ਇਕੱਲਾ ਬੈਠਾ ਵਾਂ ਸੋਚਦਾ ਹੁੰਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜਦੋਂ ਗੁਰੂ ਸਾਹਿਬ ਜੀ ਹੁੰਦੇ ਸੀ, ਜਿਵੇਂ ਹੁਣ ਪ੍ਰਕਾਸ਼ ਹੈ ਗੁਰੂ ਸਾਹਿਬ ਜੀ ਦਾ, ਆਪਾਂ ਕੀਰਤਨ ਕਰਦੇ ਹਾਂ, ਕਥਾ ਕਰਦੇ ਹਾਂ, ਉਦੋਂ ਕੀ ਸਿਸਟਮ ਹੁੰਦਾ ਹੋਵੇਗਾ ਕਿ ਗੁਰੂ ਸਾਹਿਬ ਦੇ ਸਿੰਘਾਸਣ 'ਤੇ ਬੈਠੇ ਤੇ ਮੇਰੇ ਵਰਗਾ ਕੋਲ ਕਥਾ ਕਰ ਰਿਹਾ ਹੁੰਦਾ ਸੀ ਉਸ ਸਮੇਂ ਵੀ, ਜਾਂ ਕਿਵੇਂ? ਜਿੰਨਾ ਕੁ ਮੈਂ ਮਹਿਸੂਸ ਕੀਤਾ ਇਤਿਹਾਸ ਦੇ ਵਿੱਚੋਂ, ਗੁਰਬਾਣੀ ਸੁਰਤ ਨੂੰ ਇਕਾਗਰ ਕਰਨ ਵਾਸਤੇ ਗਾਇਨ ਕੀਤੀ ਜਾਂਦੀ ਸੀ। ਤੇ ਜਦੋਂ ਗੁਰੂ ਸਾਹਿਬ ਜੀ ਆ ਕੇ ਸਿੰਘਾਸਣ 'ਤੇ ਬੈਠਦੇ ਸੀ, ਫਿਰ ਗੁਰਸਿੱਖ ਸਵਾਲ ਕਰਦੇ ਸੀ, ਗੁਰੂ ਸਾਹਿਬ ਜੀ ਨੂੰ ਸਵਾਲ ਕਰਿਆ ਕਰਦੇ ਸੀ। ਜੋ ਜਿਸ ਦੇ ਮਨ ਦੇ ਵਿੱਚ ਸ਼ੰਕਾ ਹੁੰਦੀ ਸੀ, ਗੁਰੂ ਸਾਹਿਬ ਜੀ ਨੂੰ ਪੁੱਛਦੇ ਹੁੰਦੇ ਸੀ। ਕਿਸੇ ਨੇ ਕਹਿਣਾ, ਮਹਾਰਾਜ ਮੈਂ ਦੁਕਾਨ ਕਰਦਾ, ਮੇਰੇ ਲਈ ਤੁਹਾਡਾ ਕੀ ਹੁਕਮ ਹੈ? ਮੈਂ ਕਿਸ ਤਰ੍ਹਾਂ ਦਾ ਜੀਵਨ ਜੀਵਾਂ ਕਿ ਮੇਰੀ ਵੀ ਕਲਿਆਣ ਹੋ ਜਾਏ? ਕਿਸੇ ਨੇ ਕਹਿਣਾ ਮੈਂ ਵਪਾਰ ਕਰਦਾ, ਕਿਸੇ ਨੇ ਕਹਿਣਾ ਮੈਂ ਖੇਤੀਬਾੜੀ ਕਰਦਾ। ਜੋ ਵੀ ਕਿਰਤ ਕਰਿਆ ਕਰਦੇ ਸੀ। ਤੇ ਗੁਰੂ ਸਾਹਿਬ ਜੀ ਅੱਗੋਂ ਭਲਾ ਕੀ ਜਵਾਬ ਦਿੰਦੇ ਹੋਣਗੇ, ਕੀ ਕਰਨ ਵਾਸਤੇ? ਕਦੇ ਤੁਸੀਂ ਵੀ ਇਕੱਲੇ ਬੈਠ ਕੇ ਸੋਚਿਓ। ਗੁਰੂ ਸਾਹਿਬ ਜੀ ਜਿਹੜੀ ਮਨੁੱਖ ਕਿਰਤ ਕਰਦਾ ਹੈ, ਉਸੇ ਕਿਰਤ ਦੇ ਨਾਲ ਸੰਬੰਧਿਤ ਹੀ ਜਵਾਬ ਦਿਆ ਕਰਦੇ ਸੀ ਕਿ ਕਿਰਤ ਕਿਵੇਂ ਦੀ ਕਰਨੀ ਹੈ। ਜਿਹੜੀ ਤੂੰ ਕਿਰਤ ਕਰਦਾ ਹੈ, ਦੁਕਾਨ ਕਰਦਿਆਂ ਦੁਕਾਨਦਾਰੀ ਕਿਸ ਤਰ੍ਹਾਂ ਦੀ ਹੋਵੇ, ਵਪਾਰ ਕਰਦਿਆਂ ਫਿਰ ਵਪਾਰ ਕਿਸ ਤਰ੍ਹਾਂ ਦਾ ਹੋਵੇ, ਤਾਂ ਕਿ ਤੇਰੀ ਕਿਰਤ ਜਿਹੜੀ ਹੈ ਇਹ ਧਰਮ ਬਣ ਜਾਵੇ ਕਿਤੇ ਤੇ ਕਰਤੇ ਦੇ ਨਾਲ ਜੋੜ ਦੇਵੇ। ਧਰਮ ਨੂੰ ਕਿਰਤ ਨਹੀਂ, ਕਿਰਤ ਨੂੰ ਧਰਮ। ਬੜਾ ਖੂਬਸੂਰਤ ਫਲਸਫਾ ਹੈ। ਸਮਾਂ ਸੀਮਤ ਹੈ ਕਿਉਂਕਿ ਮੈਂ ਅੱਜ ਥੋੜ੍ਹਾ ਜਿਹਾ ਜਿਹੜਾ ਇਤਿਹਾਸਕ ਦਿਹਾੜਾ ਚੱਲ ਰਿਹਾ ਬੰਦੀ ਛੋੜ ਦਿਵਸ, ਉਹਦੇ ਨਾਲ ਇੱਕ ਹੋਰ ਇਤਿਹਾਸਕ ਦਿਹਾੜਾ ਹੈ। ਇਹਨੂੰ ਵੀ ਇਤਿਹਾਸਕ ਦਿਹਾੜਾ ਹੀ ਆਪਾਂ ਕਹਾਂਗੇ। ਜਿਹੜੇ 1984 ਵਿੱਚ ਇਹਨਾਂ ਦਿਨਾਂ ਦੇ ਵਿੱਚ ਸਿੱਖ ਕਤਲੇਆਮ ਹੋਈ, ਉਹਨਾਂ ਦੇ ਵੀ ਥੋੜ੍ਹੇ ਜਿਹੇ ਅੰਸ਼ ਸਾਂਝੇ ਕਰਨੇ ਆ। ਇਸ ਲਈ ਮੈਂ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਚੱਲਾਂਗਾ। ਉਹਨਾਂ ਸਵਾਲ ਕੀਤਾ, ਮਹਾਰਾਜ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਵੀ ਹਾਂ, ਇਹਦੇ ਵਿੱਚ 2 ਸ਼ਬਦ ਬਹੁਤ ਵਾਰ ਆਏ, ਇੱਕ ਸਨਮੁਖ, ਇੱਕ ਬੇਮੁਖ, ਔਰ ਦੋਨੋਂ ਸ਼ਬਦ ਇਨਸਾਨ ਵਾਸਤੇ ਹੈ ਤੇ ਸ਼ਕਲ ਸਭ ਦੀ ਇੱਕੋ ਜਿਹੀ ਹੈ। ਕਈ ਵਾਰ ਜਿਹੜਾ ਬੇਮੁਖ ਹੁੰਦਾ ਨਾ, ਉਹਦਾ ਪਹਿਰਾਵਾ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਜ਼ਿਆਦਾ ਧਰਮੀ ਬਣਾਇਆ ਹੁੰਦਾ, ਕਿਤੇ ਕਿਸੇ ਨੂੰ ਪਤਾ ਨਾ ਲੱਗ ਜੇ ਅਸਲੀਅਤ ਦਾ। ਬੇਮੁਖ ਤੇ ਸਨਮੁਖ ਦੇ ਅਰਥ ਕੀ ਨੇ? ਬੇਮੁਖ ਕਿਹਨੂੰ ਕਹਿੰਦੇ ਤੇ ਸਨਮੁਖ ਕਿਹਨੂੰ ਕਹਿੰਦੇ ਆ? ਆਪਾਂ ਵੀ ਗੁਰਬਾਣੀ ਵਿੱਚ ਇਹ ਦੋਨੋਂ ਸ਼ਬਦ ਅਕਸਰ ਪੜ੍ਹਦੇ ਹਾਂ। ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਜਿਹੜਾ ਸਿੱਖ ਸਤਿਗੁਰੂ ਦੇ ਸਨਮੁਖ ਹੁੰਦਾ ਉਹਦੀ ਕੀ ਪਰਿਭਾਸ਼ਾ ਹੈ, ਤੇ ਜਿਹੜੇ ਬੇਮੁਖ ਨੇ ਉਹਨਾਂ ਦੀ ਗੱਲ ਵੀ ਪੜ੍ਹਦੇ ਹਾਂ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਗੁਰੂ ਸਾਹਿਬ ਜੀ ਨੇ ਬੜੇ ਸਰਲ ਜਿਹੇ ਤਰੀਕੇ ਦੇ ਨਾਲ ਅਰਥ ਸਮਝਾਏ। ਉਹ ਇਸ ਸ਼ਬਦ ਦੀ ਵਿਆਖਿਆ ਹੈ
ਜਿਹੜਾ ਭੈਣ ਜੀ ਹੋਰਾਂ ਗਾਇਨ ਕੀਤਾ, ਕਿਉਂਕਿ ਸ਼ਬਦ ਗਾਇਨ ਕਰ ਰਹੇ ਸੀ ਤੇ ਵਿਸ਼ਾ ਕੁਦਰਤੀ ਉਹ ਗਾਥਾ ਮੇਰੇ ਧਿਆਨ ਵਿੱਚ ਆ ਗਈ ਤੇ ਮੈਂ ਸੋਚਿਆ ਚਲੋ ਇਹਦੇ ਅਰਥ ਸਾਂਝੇ ਕਰੀਏ, ਸ਼ਾਇਦ ਕਿਤੇ ਸਾਡੇ ਜੀਵਨ ਦੇ ਕਿਸੇ ਕੰਮ ਆ ਜਾਣ। ਭਾਈ ਸਾਹਿਬ ਲਿਖਦੇ, ਗੁਰੂ ਸਾਹਿਬ ਜੀ ਨੇ ਜਿਹੜੀ ਐਗਜ਼ਾਮਪਲ ਦਿੱਤੀ ਬੜੀ ਖੂਬਸੂਰਤ, ਕਿ ਇੱਕ ਬਾਦਸ਼ਾਹ ਹੈ, ਰਾਜਾ ਹੈ, ਉਹਦੇ ਦੋ ਵਜ਼ੀਰ ਨੇ ਤੇ ਦੋਨੋਂ ਹੀ ਦਾਅਵਾ ਕਰਦੇ ਨੇ ਕਿ ਮੈਂ ਬੜਾ ਸਮਝਦਾਰ ਹਾਂ। ਹੁਣ ਬਾਦਸ਼ਾਹ ਨੂੰ ਇਹ ਹੈ ਕਿ ਮੈਂ ਆਪਣੀ ਥਾਂ ਕਿਹਨੂੰ ਦੇ ਕੇ ਜਾਵਾਂ, ਮੇਰੇ ਤੋਂ ਬਾਅਦ ਮੇਰੀ ਇਸ ਜਗ੍ਹਾ ਦਾ ਕੌਣ ਵਾਰਸ ਹੋਵੇਗਾ। ਜਿਹੜੇ ਸੂਝਵਾਨ ਬਾਦਸ਼ਾਹ, ਸੂਝਵਾਨ ਹੁੰਦੇ ਨੇ ਨਾ, ਉਹ ਐਵੇਂ ਨਹੀਂ ਕਿਸੇ ਦੇ ਹੱਥੀ ਦੇ ਜਾਂਦੇ, ਬੜੀ ਘੋਖ ਪਰਖ ਕਰਦੇ ਆ। ਦੂਰ ਕਿਉਂ ਚੱਲੀਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰਤਾ ਗੱਦੀ ਦੀ ਗੱਲ ਚੱਲੀ ਸੀ, ਘੋਖ ਹੀ ਤੇ ਹੋਈ ਸੀ। ਗੁਰੂ ਸਾਹਿਬ ਜੀ ਦੇ ਆਪਣੇ ਬੱਚੇ ਵੀ ਉੱਥੇ ਹੀ ਸੀ, ਪਰ ਜਿਹੜਾ ਯੋਗ ਹੈ, ਲਾਇਕ ਹੈ ਸਿੰਘਾਸਣ ਤੇ ਉਹ ਬੈਠਾ। ਸਾਰੇ ਗੁਰੂ ਸਾਹਿਬਾਨਾਂ ਨੇ ਇਸੇ ਤਰ੍ਹਾਂ। ਮੈਂ ਕਈ ਵਾਰ ਨਾ ਸੋਚਦਾ ਹੁੰਦਾ, ਤੁਸੀਂ ਵੀ ਤੇ ਬੜੇ ਵਿਦਵਾਨਾਂ ਨੂੰ ਪੜ੍ਹਦੇ ਸੁਣਦੇ ਹੋ, ਇਤਿਹਾਸ ਦਾ ਇੱਕ ਬੜਾ ਖੂਬਸੂਰਤ ਪੰਨਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਉਣਾ ਹੈ ਦਿਹਾੜਾ, ਤਕਰੀਬਨ ਪੋਹ ਦਾ ਸਾਰਾ ਮਹੀਨਾ ਹੀ ਉਹਨਾਂ ਦਿਨਾਂ ਨਾਲ ਜੁੜਿਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਤੇ ਗੁਰੂ ਸਾਹਿਬ ਜੀ ਜਦੋਂ ਸਰਸਾ ਦੇ ਕਿਨਾਰੇ ਤੇ ਪਹੁੰਚੇ, 3 ਹਿੱਸਿਆਂ ਵਿੱਚ ਗੁਰੂ ਸਾਹਿਬ ਜੀ ਦਾ ਜਥਾ ਸੀ ਸਾਰਾ। ਪਹਿਲਾ ਜਥਾ ਸੀ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੇ ਮਹਿਲ, ਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ। ਉਸ ਤੋਂ ਦੂਸਰੇ ਨੰਬਰ ਤੇ ਜਥਾ ਸੀ ਗੁਰੂ ਸਾਹਿਬ ਆਪ ਤੇ ਗੁਰੂ ਸਾਹਿਬ ਜੀ ਦੇ ਦੋਨੋਂ ਸਾਹਿਬਜ਼ਾਦੇ ਨਾਲ ਨੇ, ਮਾਫ ਕਰਨਾ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨਾਲ ਨੇ ਤੇ ਨਾਲ ਬਾਬਾ ਜੀਵਨ ਸਿੰਘ ਹੋਰੀ। ਅਖੀਰਲਾ ਜਥਾ ਸੀ ਕਿ ਜੇ ਪਿੱਛੋਂ ਕੋਈ ਹਮਲਾ ਬੋਲੇਗਾ ਨਾ, ਤੁਸੀਂ ਰੋਕਣਾ ਹੈ ਉਹਨਾਂ ਨੂੰ, ਤਾਂ ਕਿ ਜਿਹੜੇ ਪਹਿਲੇ ਨੇ ਉਹ ਅੱਗੇ ਲੰਘ ਜਾਣ, ਸਰਸਾ ਪਾਰ ਕਰ ਜਾਣ। ਉਹਦੇ ਵਿੱਚ ਸੀ ਭਾਈ ਉਦੈ ਸਿੰਘ ਤੇ ਸਾਹਿਬਜ਼ਾਦਾ ਅਜੀਤ ਸਿੰਘ ਹੋਰੀ। ਪਿੱਛੋਂ ਦੁਸ਼ਮਣ ਨੇ ਹਮਲਾ ਬੋਲ ਦਿੱਤਾ ਤੇ ਗੁਰੂ ਸਾਹਿਬ ਜਦੋਂ ਸਰਸਾ ਦੇ ਕਿਨਾਰੇ ਤੇ ਪਹੁੰਚੇ, ਪਿੱਛੋਂ ਪਤਾ ਲੱਗ ਗਿਆ ਦੁਸ਼ਮਣ ਨੇ ਹਮਲਾ ਬੋਲ ਦਿੱਤਾ ਹੈ, ਜੰਗ ਸ਼ੁਰੂ ਹੋ ਗਈ ਹੈ। ਤੇ ਗੁਰੂ ਸਾਹਿਬ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਭੇਜਿਆ ਕਿ ਤੁਸੀਂ ਜਾਓ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਅੱਗੇ ਭੇਜ ਦਿਓ, ਇਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ। ਬਾਬਾ ਜੀਵਨ ਸਿੰਘ ਜੀ ਗਏ, ਉਹਨਾਂ ਜਾ ਕੇ ਕਿਹਾ ਕਿ ਗੁਰੂ ਸਾਹਿਬ ਤੁਹਾਨੂੰ ਬੁਲਾ ਰਹੇ ਨੇ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਅੱਗੇ ਭੇਜ ਦਿੱਤਾ, ਆਪ ਉੱਥੇ ਜੰਗ ਲੜਨ ਲੱਗ ਪਏ। ਤੇ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਤੇ ਜਿਹੜੇ ਬਾਕੀ ਗੁਰਸਿੱਖ ਸੀ, ਉਹਨਾਂ ਨੂੰ ਲੈ ਕੇ ਸਰਸਾ ਪਾਰ ਕਰ ਗਏ, ਚਮਕੌਰ ਦੀ ਗੜੀ ਨੂੰ ਚਲੇ ਗਏ। ਮੈਂ ਸੋਚਦਾ ਹੁੰਦਾ ਸੀ ਕਿ ਗੁਰੂ ਸਾਹਿਬ ਜੀ ਨੇ ਉੱਥੋਂ ਆਪਣੇ ਬੱਚੇ ਨੂੰ, ਸਾਹਿਬਜ਼ਾਦੇ ਨੂੰ ਜਿਉਂਦਿਆਂ ਬਾਹਰ ਕੱਢ ਲਿਆਂਦਾ, ਪਰ ਕੀ ਕਾਰਨ ਹੈ ਜਦੋਂ ਚਮਕੌਰ ਦੀ ਗੜੀ ਛੱਡੀ, ਉਦੋਂ ਆਪਣੇ ਹੱਥੀਂ ਮੈਦਾਨੇ ਜੰਗ ਵੱਲ ਤੋਰਿਆ, ਉਦੋਂ ਨਹੀਂ ਕਿਸੇ ਬੱਚੇ ਨੂੰ ਜਿਉਂਦਿਆਂ ਬਾਹਰ ਕੱਢ ਕੇ ਲਿਆਂਦਾ। 3 ਗੁਰਸਿੱਖ ਆਏ ਗੁਰੂ ਸਾਹਿਬ ਜੀ ਨਾਲ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਹੋਰੀ। ਅਗਰ ਗੁਰੂ ਸਾਹਿਬ ਉਹਨਾਂ ਗੁਰਸਿੱਖਾਂ ਵਿੱਚੋਂ ਕਿਸੇ ਨੂੰ ਕਹਿ ਦਿੰਦੇ ਕਿ ਭਾਈ ਤੁਸੀਂ ਇੱਥੇ ਰੁਕੋ, ਸਾਹਿਬਜ਼ਾਦਿਆਂ ਨੂੰ ਅੱਗੇ ਲੈ ਕੇ ਜਾਣਾ ਹੈ, ਤੇ ਉਹਨਾਂ ਗੁਰਸਿੱਖਾਂ ਨੂੰ ਵੀ ਚਾਅ ਚੜ੍ਹ ਜਾਣਾ ਸੀ, ਸ਼ਹੀਦੀਆਂ ਪਾਵਾਂਗੇ। ਪਰ ਨਹੀਂ, ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਤੋਰਿਆ ਮੈਦਾਨੇ ਜੰਗ ਵੱਲ। ਇੱਕ ਇਸ ਤੋਂ ਹੋਰ ਵੱਡੀ ਕਮਾਲ ਦੀ ਗੱਲ, ਗੁਰੂ ਸਾਹਿਬ ਜੀ ਨੇ ਜਦੋਂ ਚਮਕੌਰ ਦੀ ਗੜੀ ਛੱਡੀ ਹੈ, ਆਪਣਾ ਕਲਗੀ, ਆਪਣਾ ਜਿਹੜਾ ਜੋ ਵੀ ਪਹਿਰਾਵਾ ਹੈ, ਉਹ ਗੁਰਸਿੱਖ ਨੂੰ ਪਹਿਨਾ ਦਿੱਤਾ, ਉਹਦੇ ਸਿਰ ਤੇ ਕਲਗੀ ਸਜਾ ਦਿੱਤੀ ਤੇ ਦਸਤਾਰ ਵੀ ਉਹਦੇ ਸਿਰ ਤੇ ਬੰਨ੍ਹ ਦਿੱਤੀ। ਇਹ ਵੀ ਨਹੀਂ ਕਿ ਕਿਸੇ ਸਾਹਿਬਜ਼ਾਦੇ ਨੂੰ ਜ਼ਿੰਮੇਵਾਰੀ ਦੇ ਕੇ ਜਾਈਏ, ਗੁਰਸਿੱਖ ਨੂੰ ਦਸਤਾਰ ਸਜਾ ਕੇ, ਕਲਗੀ ਸਜਾ ਕੇ ਸਾਹਿਬਜ਼ਾਦੇ ਨੂੰ ਪਹਿਲਾਂ ਹੀ ਮੈਦਾਨੇ ਜੰਗ ਵਿੱਚ ਸ਼ਹੀਦ ਹੋਣ ਵਾਸਤੇ ਤੋਰਿਆ। ਇਹਦਾ ਕਾਰਨ ਕੀ ਹੈ? ਉੱਥੋਂ ਦੇ ਜਿਉਂਦੇ ਲੈ ਆਂਦੇ, ਇੱਥੇ ਆਪਣੇ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਵੇਖੇ, ਜੋ ਮੈਂ ਮਹਿਸੂਸ ਕੀਤਾ। ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਤਾ ਹੈ ਕਿ ਗੁਰੂ ਦਾ ਜਿਹੜਾ ਸਰੀਰਕ ਕਿਰਦਾਰ ਹੈ ਨਾ, ਗੁਰੂ ਜੋਤ ਦਾ, ਉਹ ਇੱਥੇ ਸਮਾਪਤ ਹੈ। 10ਵੇਂ ਕਿਰਦਾਰ ਤੋਂ ਬਾਅਦ ਸਰੀਰਕ ਕਿਰਦਾਰ ਨਹੀਂ ਹੋਣਾ, ਇੱਥੇ ਸਮਾਪਤ ਹੈ।
इस तो बाद शब्द गुरु की अगवाई चलनी है। ये शब्द गुरु इन्ना महान है, इन्ना महान है कि ये पैरलर किसी होर नूं नहीं होना चाहिए। क्योंकि कई इहो ਜਿਹੇ भी लोग होणगे ਜਿਹੜੇ बाद ਵਿੱਚ गुरु साहब जी के पुत्रां नूं किते गुरु पुत्र कह के ते उन्हां दी पूजा शुरू करवा देण, जिवें भाई दासू जी, भाई बाबा श्री चंद ते होरनां दा आपां इतिहास ਵਿੱਚ पढ़दे हां, भाई दातू जी होरां दा। शब्द गुरु दे पैरलर नहीं किसी नूं रहण देना। फिर की कारण कि गुरु साहब जी अपने पिछों किसी साहबजादे नूं जिम्मेवारी दे के नहीं चमकौर की गढ़ी छड्डी, गुरसिख के सिर ते पग बद्धी। ਉਹਦਾ ਕਾਰਨ गुरु साहब जी नूं पता जो पिता चढ़ाई कर जाए ना, ਉਹਦੇ पुत्र के सिर ते पग बन्नी जाती कि अज तो पिता की थां जिम्मेवारी तेरे ते मेरा पुत्र असल में किहड़ा है, जिहदे बारे अक्सर पढ़ते सुनते, तुसीं भी रसना साझी करो। इन पुत्रन के सीस पर वार दिए सुत चार। ऐ गुरसिख मेरी थां ते मेरी जिम्मेवारी इन्हें संभालनी है, ये योग है, ये लायक है। मैं सीस की मंग की, ये गुरसिख ही उठ के सामने आया। जो खंडे बाटे की पहाड़ छकाई, सिर मंगया, गुरसिख उठ के सामने आया। यदा मतलब ये योग है, लायक है। जदों भी कोई राजा, सुलझिया राजा, सियाणा बादशाह अपनी जिहड़ी सारी जिम्मेवारी अपना सिंघासन किसी को देंदा है ना, उसकी पहला परख जरूर करता है, घोखदा है किसी कच्चे दे हाथ ना वागडोर फड़ा दी जाए। गुरु नानक पातशाह जी तो लै करके सिक्खी जिहड़ी है कदे भी क्यों नहीं ढैंदी कला वल गई। सिक्खी कदे ढैंदी कला वल नहीं जाती, अज भी नहीं है। हाँ, ਜਿਹੜੇ सिख अखवाउण वाले ने उन्हां विचों कई ढैंदी कला वल जा सकते, सिक्खी नहीं कदे गई। सिक्खी क्यों नहीं फेल हुई? हर वारी सिक्खी की जदों परख हुई जित्ती है। उसका रीजन है कि गुरु साहब जी ने जिहड़ी चोण करके साडे सामने लियांदी सी ना, घोख करके गुरसिख दी, वो बड़ी दूर अंदेशी वाली ते सही सी। इसे करके सिक्खी प्रफुल्लत है। बेशक सिख के मूँह के विच उहदे पुत का कलेजा कढ़ के पाया गया, डोलिया थोड़ी, सिक्खी खत्म थोड़ी उत्थे हुई। चढ़ती कला का सबूत दिता, हर वार सिक्खी ने चढ़ती कला का सबूत दिता है। मैं 1984 का जिक्र किया है क्योंकि मैं नाल नाल अंशे ये भी देंदे जाने। मैं महसूस करदा दीवा कदे बुझना नहीं चाहिए। मैं काफ़ी समा रहा यूपी दे विच, गुरुद्वारा नानक मता साहब गुरु नानक पातशाह जी का स्थान है। वो सारा एरिया ना उत्थे बहुतात मुसलमान वीरां दी है, वो वसदे ने। ते नानक मता साहब तो 12 किलोमीटर की दूरी ते एक शहर है सतारगंज, उत्थे मेरे ख्याल नाल 80% मुसलमान वीर ने। ते जिहड़े समय दे विच करबला की जंग हुई सी ना अरब दे विच, जदों मुहम्मद साहब के रिश्तेदार मरे सी, उन्हां दिनां दे विच एक जिस तरह आपां नगर कीर्तन कढदे आ, वो भी एक अपना जलूस कढदे आ। ਉਹਦੇ ਵਿੱਚ मैं वेख्या उन्हां दी तस्वीर बड़ी भयानक हुंदी है। उन्होंने अपना पिंडा नंगा कीता हुंदा है, किसी ने हाथ चाबक फड़ी हुंदी है, किसी ने सोटी पकड़ी हुंदी है, सोटी दे अगे उन्होंने मेखां लाइयां हुंदियां ने, जोर जोर दी अपने शरीर दे मारदे, जोर जोर दी लहू निकलदा है, चीकां निकलदियां उन्हां दियां। सारा दिन कुछ नहीं, पानी नहीं पींदे, कई बेहोश होकर डिग पैंदे। वो इन्ना दर्दनाक सीन हुंदा कि देखिया नहीं जाता भी की हो रहा है। तो जो उन्होंने पुछीदा ना भी क्यों सारा कुछ, वो जवाब पता की देंगे, वो कहते जी ये वो दिन है जदों साडी खातर साडे मुहम्मद साहब के जिहड़े भतीजे ते भणेवें ते उन्हां दे परिवार दे जी सी, वो भुखे प्यासे जख्मी होए रेगिस्तान दे विच तड़फ तड़फ के मरे सी। वो तड़फ जिहड़ी खत्म नहीं होनी चाहिए साडे अंदर। उस पीड़ा नूं महसूस करने की कोशिश कर रहे हैं, उस दर्द नूं महसूस करने की कोशिश कर रहे हैं, किते साडे अंदरों खत्म ना हो जाए। असीं कहने ना जी बड़े स्ट्रोंग होंदे अपने धर्म दे विच,
ਆਹੀ ਰੀਜ਼ਨ ਨੇ, ਉਹ ਆਪਣੇ ਅੰਦਰੋਂ ਦੀਵਾ ਬੁੱਝਣ ਨਹੀਂ ਦਿੰਦੇ। ਗੁਰੂ ਕਿਰਪਾ ਕਰੇ ਕਿਤੇ ਦੀਵੇ ਸਾਡੇ ਅੰਦਰ ਵੀ ਜਗਦੇ ਰਹਿਣ। ਮੈਂ 1984 ਦੀ ਗੱਲ ਕੀਤੀ ਹੈ। 2010 ਦੇ ਵਿੱਚ ਮੈਂ ਗੁਰਦੁਆਰਾ ਬੰਗਲਾ ਸਾਹਿਬ ਕਥਾ ਕਰ ਰਿਹਾ ਸੀ ਤੇ ਪ੍ਰਕਰਨ ਚੱਲ ਰਿਹਾ ਸੀ ਜਿਹੜਾ ਆਪਾਂ ਕੁੜੀ ਮਾਰ ਦਾ ਪ੍ਰਕਰਨ ਚੱਲਦਾ ਹੈ, ਕਿਉਂਕਿ ਕੁੱਖਾਂ ਦੇ ਵਿੱਚ ਬੱਚੀਆਂ ਦੇ ਕਤਲ ਆਪਾਂ ਅਕਸਰ ਦੇਖਦੇ ਹਾਂ ਕੀ ਕੁਛ ਹੋ ਰਿਹਾ ਹੈ। ਮੈਂ ਉਹਦੇ ਵਿੱਚ ਜ਼ਿਕਰ ਕੀਤਾ ਕਿ ਜਿਹੜਾ ਧੀਆਂ ਦਾ ਕਾਤਲ ਹੈ ਨਾ, ਗੁਰੂ ਨਾਨਕ ਦੇ ਦਰ ਤੇ ਉਹਨੂੰ ਕੋਈ ਥਾਂ ਨਹੀਂ। ਜਦੋਂ ਮੈਂ ਕਥਾ ਕਰਕੇ ਮੈਂ ਗੁਰਦੁਆਰਾ ਕਾਬਗੰਜ ਸਾਹਿਬ ਮੇਰੀ ਰਿਹਾਇਸ਼ ਸੀ, ਉੱਥੇ ਗਿਆ ਤੇ ਹੁਣ ਟੀਵੀ ਚੈਨਲ ਦੇ ਉੱਤੇ ਨਾ ਸਕਰੀਨ ਤੇ ਫੋਨ ਨੰਬਰ ਲਿਖ ਦਿੰਦੇ ਸੀ, ਜਿਹੜਾ ਵੀ ਕੋਈ ਕਥਾਵਾਚਕ ਕਥਾ ਕਰਦਾ ਸੀ। ਇੱਕ ਮਾਤਾ ਦਾ ਫੋਨ ਆਇਆ, ਕਹਿੰਦੀ ਬੇਟਾ ਜਦੋਂ ਦੀ ਮੈਂ ਸਵੇਰ ਦੀ ਕਥਾ ਸੁਣੀ ਮੈਂ ਤੇ ਪਰੇਸ਼ਾਨ ਹੋਈ ਪਈ, ਕੀ ਤੁਸੀਂ 2 ਮਿੰਟ ਮੈਨੂੰ ਦੇ ਸਕਦੇ ਹੋ? ਮੈਂ ਕਿਹਾ ਮਾਤਾ ਜੀ ਮੈਂ ਗੁਰਦੁਆਰਾ ਕਾਬਗੰਜ ਸਾਹਿਬ ਹਾਂ। ਉਹ ਕਹਿਣ ਲੱਗੀ ਮੈਂ ਇੱਥੇ ਹੀ ਆ ਕੇ ਮਿਲਾਂਗੀ। ਉਸ ਮਾਤਾ ਨੇ ਇੱਕ ਸਵਾਲ ਕੀਤਾ ਜਿਹਦਾ ਜਵਾਬ ਮੈਨੂੰ ਅੱਜ ਤੱਕ ਨਹੀਂ ਮਿਲਿਆ। ਬਹੁਤਿਆਂ ਨੂੰ ਮੈਂ ਪੁੱਛਿਆ ਵੀ ਹੈ ਪਰ ਜਵਾਬ ਨਹੀਂ ਮਿਲਿਆ ਕਿਸੇ। ਉਹ ਕਹਿੰਦੀ ਤੁਸੀਂ 1984 ਦੀ ਘਟਨਾ ਤੇ ਸੁਣੀ ਹੋਈ ਹੈ? ਮੈਂ ਕਿਹਾ ਬਿਲਕੁਲ, ਹਰ ਸਾਲ ਉਹ ਦਿਨ ਜਿਹੜੇ ਜਦੋਂ ਯਾਦ ਆਉਂਦੇ ਨੇ ਤੇ ਸਾਡੇ ਅੰਦਰ ਇੱਕ ਹਲਚਲ ਜੀ ਉੱਠਦੀ ਹੈ। ਕਹਿੰਦੀ ਮੈਂ ਤਨ ਤੇ ਹੰਢਾਈ ਹੈ। ਉਹਦੇ ਸਹੁਰੇ ਦੀਆਂ ਫੈਕਟਰੀਆਂ ਸੀ, ਸਰਕਾਰ ਵਿੱਚ ਚੰਗੀ ਗੱਲਬਾਤ ਸੀ, ਤੇ ਕਹਿੰਦੀ ਜਦੋਂ 1984 ਦੇ ਵਿੱਚ ਪ੍ਰਧਾਨ ਮੰਤਰੀ ਦੀ ਮੌਤ ਹੋ ਜਾਂਦੀ ਹੈ, ਸਿੱਖਾਂ ਦੀ ਕਤਲੇਆਮ ਸ਼ੁਰੂ ਹੋ ਜਾਂਦੀ ਹੈ, 2 ਨਵੰਬਰ ਵਾਲਾ ਦਿਨ ਸੀ। ਕਹਿੰਦੀ ਇੱਕ ਭੀੜ ਨੇ ਸਾਡੇ ਘਰ ਉੱਤੇ ਧਾਵਾ ਬੋਲਿਆ, ਤੇ ਭੀੜ ਕਿਹਨਾਂ ਦੀ ਸੀ? ਜਿਹੜੇ ਮੇਰੇ ਸਹੁਰੇ ਦੀ ਫੈਕਟਰੀ ਵਿੱਚ ਵਰਕਰ ਕੰਮ ਕਰਦੇ ਸੀ। ਉਹਨਾਂ ਨੂੰ ਪਤਾ ਸੀ ਇਹਨਾਂ ਦੇ ਘਰ 'ਚ ਬਹੁਤ ਕੁਛ ਹੈ, ਅਮੀਰ ਬੰਦੇ ਨੇ। ਕਹਿੰਦੇ ਜਦੋਂ ਧਾਵਾ ਬੋਲਿਆ ਨਾ, ਕਹਿੰਦੀ ਹੁਣ 2 ਮੇਰੀਆਂ ਜਵਾਨ ਬੱਚੀਆਂ ਤੇ ਇੱਕ ਮੇਰੀ ਬੇਟੀ ਸੀ ਜਿਹੜੀ ਅਜੇ 2-3 ਮਹੀਨੇ ਦੀ ਸੀ, ਇੱਕ ਮੇਰਾ ਬੇਟਾ ਛੋਟਾ ਜਿਹਾ, ਤੇ ਇੱਕ ਗੁਆਂਢੀਆਂ ਦੀ ਬੱਚੀ ਸੀ, ਅੰਮ੍ਰਿਤਧਾਰੀ ਪਰਿਵਾਰ ਸੀ ਉਹ ਵੀ। ਉਹਨਾਂ ਨੇ ਬੱਚੀ ਨੂੰ ਇਸ ਕਰਕੇ ਸਾਡੇ ਘਰ ਭੇਜ ਦਿੱਤਾ ਕਿ ਸਾਨੂੰ ਤੇ ਸਾਰਿਆਂ ਨੂੰ ਮਾਰ ਦੇਣਾ ਉਹਨਾਂ ਨੇ, ਤੇ ਤੁਹਾਡੀ ਥੋੜ੍ਹੀ ਜਿਹੀ ਸਰਕਾਰੀ ਦਰਬਾਰੇ ਗੱਲਬਾਤ ਹੈਗੀ ਹੈ, ਸ਼ਾਇਦ ਤੁਸੀਂ ਬਚ ਜਾਓ ਤੇ ਸਾਡੀ ਧੀ ਵੀ ਬਚ ਜਾਏਗੀ, ਨਹੀਂ ਤਾਂ ਪਤਾ ਨਹੀਂ ਕੀ ਜ਼ੁਲਮ ਕਰਨਗੇ। ਕਹਿੰਦੇ ਹੁਣ 3 ਜਵਾਨ ਬੱਚੀਆਂ ਸਾਡੇ ਘਰ, ਇੱਕ ਮੇਰਾ ਕੋਈ 3 ਸਾਲ ਦਾ ਬੇਟਾ, ਇੱਕ ਕੁੱਛੜ ਬੱਚੀ। ਉਹਨਾਂ ਨੇ ਜਦੋਂ ਸਾਡੇ ਘਰ ਹਮਲਾ ਬੋਲਿਆ, ਲਾਈਟਾਂ ਸਭ ਕੱਟ ਦਿੱਤੀਆਂ, ਬੰਦ ਸੀ, ਤੇ ਮੇਰੇ ਸਹੁਰੇ ਨੇ ਦੇਖਿਆ ਕਿ ਇਹ ਤੇ ਉਹ ਲੋਕ ਨੇ ਜਿਹੜੇ ਮੇਰੇ ਕੋਲ ਨੌਕਰੀ ਕਰਦੇ ਨੇ, ਜਿਨ੍ਹਾਂ ਨੂੰ ਮੈਂ ਰੋਜੀ ਰੋਟੀ ਦਿੰਦਾ, ਤੇ ਚੱਲ ਮੈਂ ਇਹਨਾਂ ਨੂੰ ਕਹਿਣਾ ਭਾਈ ਤੁਸੀਂ ਮੈਨੂੰ ਤੇ ਮੇਰੇ ਘਰ ਦੇ ਉੱਤੇ ਤਾਂ ਨਾ ਹਮਲਾ ਬੋਲੋ, ਮੈਂ ਤੇ ਤੁਹਾਨੂੰ ਨੌਕਰੀਆਂ ਦਿੱਤੀਆਂ ਆਪਣੀ ਫੈਕਟਰੀ 'ਚ। ਕਹਿੰਦੇ ਜਦੋਂ ਅੱਗੇ ਹੋਇਆ ਨਾ ਉਹਨਾਂ ਨੂੰ ਕੁਛ ਕਹਿਣ ਵਾਸਤੇ, ਉਹਨਾਂ 'ਚੋਂ ਇੱਕ ਨੇ ਟਾਇਰ ਗਲ ਵਿੱਚ ਸੁੱਟਿਆ, ਤੇ ਪਤਾ ਨਹੀਂ ਕੀ ਹੱਥ ਦੇ ਨਾਲ ਉੱਤੇ ਸੁੱਟਿਆ ਤੇ ਅੱਗ ਲੱਗ ਗਈ। ਸਹੁਰਾ ਮੇਰਾ ਜਿਹੜਾ ਸੀ ਅੱਗ ਵਿੱਚ ਮੱਚਣ ਲੱਗ ਪਿਆ, ਵਿਹੜੇ 'ਚ ਡਿੱਗ ਪਿਆ, ਤੇ ਮੇਰੇ ਘਰ ਵਾਲੇ ਕੋਲੋਂ ਵੇਖ ਕੇ ਬਰਦਾਸ਼ਤ ਨਾ ਹੋਇਆ। ਉਹ ਦੌੜ ਕੇ ਗਿਆ, ਮੈਂ ਇਹਦੇ ਗਲ 'ਚੋਂ ਟਾਇਰ ਲਾਹ ਦਿਆਂ। ਜਦੋਂ ਦੌੜ ਕੇ ਗਿਆ ਤਾਂ ਉਸ ਭੀੜ ਦੇ ਵਿੱਚੋਂ ਇੱਕ ਨੇ ਸਰੀਆ ਉਹਦੇ ਮੱਥੇ ਵਿੱਚ ਮਾਰਿਆ ਤੇ ਉਹ ਵੀ ਉੱਥੇ ਡਿੱਗ ਪਿਆ। ਕਹਿੰਦੀ ਮੈਂ ਅੰਦਰ ਦੇਖ ਰਹੀ ਸੀ ਖੜੀ ਕਿ ਕੀ ਹੋ ਰਿਹਾ, ਤੇ ਜਿਹੜਾ ਛੋਟਾ ਜਿਹਾ ਬੱਚਾ ਸੀ ਨਾ ਕੋਈ 3 ਸਾਲ ਦਾ, ਉਹਦਾ ਹੱਥ ਫੜਿਆ ਸੀ ਮਾਂ ਨੇ ਹੱਥ 'ਚ ਹੀ, ਉਹ ਛਡਾ ਕੇ ਤੇ ਉਹ ਵੀ ਦੌੜਿਆ ਜਦੋਂ ਉਹਨੇ ਆਪਣੇ ਪਿਓ ਨੂੰ ਤੜਫਦਾ ਦੇਖਿਆ। ਉਹ ਨਿੱਕਾ ਜਿਹਾ ਬੱਚਾ ਉਹਨਾਂ ਨੇ ਫੜ ਕੇ ਤੇ ਜਿਹੜੇ ਅੱਗ ਦੇ ਵਿੱਚ ਉਸ ਬੀਬੀ ਦਾ ਸਹੁਰਾ ਸੜ ਰਿਹਾ ਸੀ ਉਹਦੇ 'ਚ ਹੀ ਸੁੱਟਤਾ। ਕਹਿੰਦੀ ਮੈਨੂੰ ਇੰਝ ਲੱਗਾ ਤੇ ਸਾਰਾ ਕੁਝ ਹੀ ਖਤਮ ਹੋ ਗਿਆ। ਉਹ ਕਹਿੰਦੀ ਫਿਰ ਮੈਨੂੰ ਹੋਸ਼ ਆਈ, ਮੇਰੇ ਕੋਲ ਤੇ 3 ਜਵਾਨ ਧੀਆਂ ਨੇ, ਇੱਕ ਆ ਮੇਰੀ ਗੋਦੀ ਵਿੱਚ ਹੈ, ਇਹਨਾਂ ਨੂੰ ਬਚਾ ਲਾ। ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨਾਂ ਦੇ ਪਰਿਵਾਰ ਦੇ ਬਾਰੇ ਸਾਰਾ ਕੁਛ। ਕਹਿੰਦੀ ਸਾਡੀ ਜਿਹੜੀ ਕੋਠੀ ਸੀ ਉਹਦੀ ਬੈਕ ਸਾਈਡ ਤੇ ਇੱਕ ਸਟੋਰ ਰੂਮ ਸੀ ਜਿੱਥੇ ਕੋਈ ਸਮਾਨ ਵਾਧੂ ਘਾਟੂ ਰੱਖਿਆ ਹੁੰਦਾ। ਕਹਿੰਦੀ ਮੈਂ ਉਹਨਾਂ ਸਾਰੀਆਂ ਨੂੰ ਲੈ ਕੇ ਉੱਥੇ ਬੈਠ ਗਈ, ਛੁਪ ਗਈ। ਉਹ ਘਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਤਲਾਸ਼ੀ ਕਰਦਿਆਂ ਕਰਦਿਆਂ ਸਟੋਰ ਰੂਮ 'ਚ ਆ ਗਏ ਜਿੱਥੇ ਇਹ ਸਾਰੇ ਬੈਠੇ ਹੋਏ ਸੀ। ਜੋ ਸਮਾਨ ਇੱਧਰ ਉੱਧਰ ਸੁੱਟਣ ਲੱਗ ਪਏ ਨਾ, ਅੰਧੇਰਾ ਹੈਗਾ ਸੀ ਤੇ ਖੜਾਕ ਹੋਇਆ, ਤੇ ਜਿਹੜੀ ਛੋਟੀ ਜਿਹੀ ਬੱਚੀ ਸੀ ਉਹ ਜਾਗ ਪਈ। ਸੁੱਤੀ ਹੋਵੇਗੀ ਵਿਚਾਰੀ, 2.5-3 ਮਹੀਨਿਆਂ ਦੀ ਤੇ ਬੱਚੀ ਅਜੇ।
ਜਦੋਂ ਜਾਗ ਪਈ ਤੇ ਬੱਚੀ ਨੇ ਨਾ ਲੰਬਾ ਜਿਹਾ ਸਾਹ ਲਿਆ ਤੇ ਕਹਿੰਦੀ ਮੈਂ ਸੋਚਿਆ ਵੀ ਇਹਨੇ ਉਹ ਰੋਣਾ ਹੈ। ਬੱਚੀ ਡਰ ਗਈ ਹੈ। ਇਹ ਰੋਈ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਤੇ ਸਾਰਿਆਂ ਦੇ ਪਤਾ ਨਹੀਂ ਕੀ ਕਰਨਗੇ ਜ਼ੁਲਮ ਇਹਨਾਂ ਬੱਚੀਆਂ ਦੇ ਉੱਤੇ। ਕਹਿੰਦੀ ਮੈਂ ਆਪਣੀ ਉਹਨਾਂ ਤਿੰਨਾਂ ਬੱਚਿਆਂ ਦੀ ਇੱਜ਼ਤ ਬਚਾਉਣ ਲਈ ਆਪਣੀ 2.5-3 ਮਹੀਨਿਆਂ ਦੀ ਬੱਚੀ ਦਾ ਗੋਦੀ 'ਚ ਗਲ ਘੁੱਟ ਕੇ ਮਾਰਤਾ। ਕਹਿੰਦੀ ਕਿ ਮੈਨੂੰ ਵੀ ਗੁਰੂ ਨਾਨਕ ਦੇ ਘਰੋਂ ਫਿਰ ਧੱਕੇ ਪੈਣਗੇ? ਹੈ ਤੇ ਧੀ ਦਾ ਕਤਲ ਹੀ ਹੈ ਨਾ। ਆਪਾਂ ਕੁੜੀ ਮਾਰ ਦੀ ਗੱਲ ਹੀ ਕਰਦੇ ਹਾਂ ਧੀਆਂ ਤੇ। ਤੁਸੀਂ ਇਹ ਸੋਚੋ, ਤੁਸੀਂ ਸੁਣ ਰਹੇ ਹੋ ਮੇਰੇ ਕੋਲੋਂ, ਤੇ ਜਿਹਨੇ ਤਣ ਤੇ ਹੰਡਾਇਆ ਜਦੋਂ ਮੈਨੂੰ ਦੱਸ ਰਹੀ ਸੀ ਮਾਤਾ ਮੇਰੇ ਤੇ ਕੀ ਬੀਤੀ ਹੋਵੇਗੀ, ਤੇ ਉਸ ਟਾਈਮ ਤੇ ਉਸ ਮਾਤਾ ਤੇ ਕੀ ਬੀਤੀ ਹੋਵੇਗੀ। ਮੈਨੂੰ ਕਹਿੰਦੀ ਮੇਰੇ ਬਾਰੇ ਦੱਸੋ ਕੀ ਫਿਰ ਤੁਹਾਡਾ ਫੈਸਲਾ। ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਮੈਂ ਇੱਕੋ ਗੱਲ ਕਹੀ, ਮਾਤਾ ਮੈਨੂੰ ਨਹੀਂ ਪਤਾ ਪੰਥ ਦਾ ਕੀ ਫੈਸਲਾ ਹੋਵੇਗਾ, ਪਰ ਜੇ ਤੂੰ ਮੇਰੀ ਨਿੱਜੀ ਗੱਲ ਵਿਚਾਰ ਪੁੱਛਦੀ, ਮੈਂ ਇਹ ਕਹਿਣਾ ਤੂੰ ਧੀ ਦੀ ਕਾਤਲ ਨਹੀਂ ਹੈ। ਤੂੰ ਧੀਆਂ ਦੀ ਇੱਜ਼ਤ ਬਚਾਉਣ ਲਈ ਆਪਣੀ ਧੀ ਦੀ ਸ਼ਹਾਦਤ ਦਿੱਤੀ ਹੈ, ਕੁਰਬਾਨੀ ਦਿੱਤੀ ਹੈ। ਤੂੰ ਧੀ ਦੀ ਕਾਤਲ ਨਹੀਂ ਹੈ, ਤੂੰ ਤੇ ਧੀਆਂ ਦੀ ਇੱਜ਼ਤ ਬਚਾਈ ਹੈ। ਦੋ ਆਪਣੀਆਂ, ਇੱਕ ਪੜੋਸੀਆਂ ਦੀ ਬੱਚੀ ਹੈ, ਉਹਨਾਂ ਨੂੰ ਬਚਾਉਣ ਦੀ ਖਾਤਰ ਆ ਜੇ ਉਹ ਦੀਵੇ। ਇਹ ਬੁੱਝਣੇ ਨਹੀਂ ਚਾਹੀਦੇ। ਅਗਰ ਇਹ ਜਗਦੇ ਰਹਿਣਗੇ ਤੇ ਸਾਡੇ ਅੰਦਰ, ਸਾਡੇ ਧਰਮ ਦੀ, ਸਾਡੇ ਜੋ ਕੁਛ ਸਾਡੇ ਨਾਲ ਵਾਪਰਿਆ, ਸਿੱਖੀ ਦੀ ਜਿਹੜੀ ਸਪਿਰਿਟ ਹੈ ਉਹ ਜਿਉਂਦੀ ਰਹੇਗੀ। ਮੈਂ ਇਸ ਲਈ ਜ਼ਿਕਰ ਕੀਤਾ, ਥੋੜ੍ਹੇ ਅੰਸ਼ ਮੈਂ ਸਾਂਝੇ ਕਰਨੇ ਆ ਤੁਹਾਡੇ ਨਾਲ। ਕਿਤੇ ਨਾ ਕਿਤੇ ਅਸੀਂ ਇਹਨਾਂ ਨੂੰ ਕਈ ਵਾਰ ਆਪਣੀ ਅੱਖਾਂ ਤੋਂ ਪਰੋਖੇ ਕਰ ਦਿੰਦੇ ਹਾਂ। ਖੈਰ, ਮੈਂ ਆਪਣੇ ਫਿਰ ਉਸੇ ਪ੍ਰਕਰਨ ਵੱਲ ਆਵਾਂ। ਸਨਮੁਖ ਦੇ ਅਰਥ ਕੀ ਹੈ? ਸਨਮੁਖ ਦੇ ਅਰਥ ਹੈ ਕਿ ਜੇ ਰਾਜੇ ਨੇ, ਬਾਦਸ਼ਾਹ ਨੇ ਕਿਸੇ ਨੂੰ ਜ਼ਿੰਮੇਵਾਰੀ ਸੌਂਪਣੀ ਹੁੰਦੀ ਤੇ ਘੋਖ ਕਰਦਾ ਹੈ ਜਿਹੜੇ ਲਾਇਕ ਨੇ ਉਹਨਾਂ ਨੂੰ ਜ਼ਿੰਮੇਵਾਰੀ ਦੇਵਾਂ। ਉਹਨੇ ਦੋਨਾਂ ਵਜ਼ੀਰਾਂ ਨੂੰ ਭੇਜ ਦਿੱਤਾ ਕਿਸੇ ਸ਼ਹਿਰ ਦੇ ਵਿੱਚ, ਪੈਸੇ ਦੇ ਦਿੱਤੇ, ਸਮਾਂ ਦੱਸ ਦਿੱਤਾ, ਇੰਨਾ ਸਮਾਂ ਤੁਹਾਡੇ ਕੋਲ ਹੈ ਤੇ ਆਹ ਸਮਾਨ ਲੈ ਕੇ ਆਉਣਾ। ਹੁਣ ਦੋਨੋਂ ਵਜ਼ੀਰ ਚਲੇ ਗਏ। ਇੱਕ ਵਜ਼ੀਰ ਜਾਂਦਾ ਸ਼ਹਿਰ ਵਿੱਚ, ਉਹ ਦੇਖਦਾ ਬੜੇ ਖੂਬਸੂਰਤ ਰਮਣੀਕ ਇੱਥੇ ਬਾਜ਼ਾਰ ਨੇ, ਬੜੀ ਵਧੀਆ ਇੱਥੋਂ ਦਾ ਮਾਹੌਲ ਚਾਲ ਹੈ। ਉਹ ਦੇਖਦਾ ਟਾਈਮ ਤੇ ਜੇ ਬਹੁਤ ਹੈ ਮੇਰੇ ਕੋਲ, ਚਲ ਪਹਿਲਾਂ ਇੱਥੋਂ ਦੀ ਸ਼ਾਨੋ ਸ਼ੌਕਤ ਵੇਖੀਏ, ਵਾਪਸ ਜਾਣ ਲੱਗੇ ਆਪਾਂ ਸਮਾਨ ਖਰੀਦ ਕੇ ਲੈ ਜਾਵਾਂਗੇ। ਹੁਣ ਸ਼ਾਨੋ ਸ਼ੌਕਤ ਦੇਖਦਾ ਦੇਖਦਾ ਭੁੱਲ ਗਿਆ ਕਿ ਮੈਂ ਇੱਥੇ ਕਰਨ ਕੀ ਆਇਆ ਸੀ। ਸਮਾਂ ਪੂਰਾ ਹੋ ਗਿਆ ਤੇ ਜਿਹੜੇ ਪੈਸੇ ਸੀ ਉਹ ਸ਼ਾਨੋ ਸ਼ੌਕਤ ਵੇਖਦੇ ਖਰਚੇ ਗਏ। ਹੁਣ ਵਾਪਸ ਜਾਣਾ ਹੈ, ਸਮਾਨ ਜੋ ਲੈਣ ਆਇਆ ਸੀ ਉਹਦੇ ਵਾਸਤੇ ਜੋ ਪੈਸੇ ਮਿਲੇ ਸੀ ਉਹ ਕੋਲ ਨਹੀਂ ਹੈ। ਦੂਸਰਾ ਵਜ਼ੀਰ ਦੇਖਦਾ ਕਿ ਸ਼ਹਿਰ ਬਹੁਤ ਖੂਬਸੂਰਤ ਹੈ, ਰਮਣੀਕ ਹੈ, ਇਹ ਤੇ ਦੇਖਣ ਵਾਲਾ ਹੈ, ਇਹਨੂੰ ਆਪਾਂ ਦੇਖਣਾ ਹੈ। ਪਰ ਇੰਜ ਕਰੀਏ, ਪਹਿਲਾਂ ਆਪਾਂ ਉਹ ਸਮਾਨ ਖਰੀਦ ਕੇ ਰੱਖ ਲਈਏ ਜਿਹੜਾ ਵਾਪਸ ਲੈ ਕੇ ਜਾਣਾ ਸੀ, ਪਹਿਲਾਂ ਉਹ ਰੱਖ ਲਈਏ, ਉਸ ਤੋਂ ਬਾਅਦ ਆਪਾਂ ਸ਼ਹਿਰ ਦੇਖਾਂਗੇ। ਉਹਨੇ ਸਭ ਤੋਂ ਪਹਿਲਾਂ ਉਹੀ ਕੰਮ ਕੀਤਾ ਜਿਹੜੇ ਕੰਮ ਲਈ ਆਇਆ ਸੀ। ਉਸ ਤੋਂ ਬਾਅਦ ਉਹਨੇ ਸ਼ਹਿਰ ਦੇਖਿਆ, ਉਹਨੇ ਵੀ ਸਾਰਾ ਕੁਝ ਉਸੇ ਤਰ੍ਹਾਂ ਮਾਹੌਲ ਚਾਲ ਦੇਖਿਆ, ਸਾਰੀ ਰਮਣੀਕ ਜਗ੍ਹਾ ਦੇਖੀਆਂ, ਤੇ ਜਦੋਂ ਸਮਾਂ ਪੂਰਾ ਹੋ ਗਿਆ ਉਹ ਵਾਪਸ ਮੁੜਿਆ ਤੇ ਜਿਹੜਾ ਸਮਾਨ ਖਰੀਦ ਕੇ ਰੱਖਿਆ ਸੀ ਉਹ ਲੈ ਕੇ ਵਾਪਸ ਚੱਲ ਪਿਆ। ਹੁਣ ਦੋਨੋਂ ਬਾਦਸ਼ਾਹ ਦੇ ਕੋਲ ਆ ਗਏ। ਹੁਣ ਜਿੰਨੇ ਤੇ ਸਮਾਨ ਜਿਹੜਾ ਸੀ ਪਹਿਲਾਂ ਖਰੀਦ ਕੇ ਰੱਖਿਆ ਹੋਇਆ ਸੀ ਉਹ ਤੇ ਸਿੱਧਾ ਬਾਦਸ਼ਾਹ ਦੇ ਕੋਲ ਗਿਆ, ਜੀ ਆਹ ਲਓ, ਜਿਹੜੀ ਜ਼ਿੰਮੇਵਾਰੀ ਤੁਸੀਂ ਲਾਈ ਸੀ ਪੂਰੀ ਹੋ ਗਈ। ਜਿਹੜਾ ਦੂਸਰਾ ਸੀ ਉਹਦੇ ਹਿੰਮਤ ਨਹੀਂ ਪੈ ਰਹੀ, ਮੈਂ ਬਾਦਸ਼ਾਹ ਦੇ ਸਾਹਮਣੇ ਕਿਵੇਂ ਜਾਵਾਂ, ਕੀ ਦੱਸਾਂ ਉਹਨੂੰ ਮੈਂ ਕਿ ਜਿਸ ਕੰਮ ਲਈ ਤੁਸੀਂ ਭੇਜਿਆ ਸੀ ਉਹ ਤਾਂ ਕੀਤਾ ਹੀ ਨਹੀਂ। ਮੈਂ ਤਾਂ ਹੋਰ ਨਹੀਂ ਪਾਸੀ ਸਾਰਾ ਕੁਝ ਖਰਚ ਬੈਠਾ, ਖਾਲੀ ਹੱਥ ਆ ਗਿਆ। ਉਹ ਸਾਹਮਣੇ ਨਹੀਂ ਹੁੰਦਾ, ਉਹਨੂੰ ਕਿਹਾ ਜਾਂਦਾ ਹੈ ਬੇਮੁਖ। ਤੇ ਜਿਹਨੇ ਪਹਿਲਾਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ, ਸਿੱਧਾ ਆ ਕੇ ਬਾਦਸ਼ਾਹ ਦੇ ਸਾਹਮਣੇ ਖੜਾ ਹੋ ਗਿਆ, ਉਹਨੂੰ ਕਿਹਾ ਜਾਂਦਾ ਹੈ ਸਨਮੁਖ। ਇਹ ਇਹਨਾਂ ਦੋਨਾਂ ਫਰਕ ਹੈ। ਜਿਹੜਾ ਤੇ ਸਨਮੁਖ ਹੈ ਉਹ ਬਾਦਸ਼ਾਹ ਦੀ ਨਜ਼ਰ ਵਿੱਚ ਪ੍ਰਵਾਨ ਹੈ, ਤੇ ਜਿਹੜਾ ਬੇਮੁਖ ਸਾਹਮਣੇ ਨਹੀਂ ਆ ਰਿਹਾ, ਬਾਦਸ਼ਾਹ ਫਿਰ ਸਿਪਾਹੀਆਂ ਨੂੰ ਕਹਿੰਦਾ ਉਹਨੂੰ ਪਕੜ ਕੇ ਲੈ ਕੇ ਆਓ। ਕਹਿਣ ਦਾ ਭਾਵ ਕੀ, ਉਹ ਪ੍ਰਵਾਨ ਨਹੀਂ ਹੋਇਆ,
ਉਹਦੇ ਫਿਰ ਮਾਰਾਂ ਦੇ ਠੋਕਰਾਂ ਹੀ। ਇਹ ਜਿਹੜਾ ਭੈਣ ਜੀ ਹੋਰਾਂ ਸ਼ਬਦ ਗਾਇਨ ਕੀਤਾ ਸੀ ਨਾ, ਇਹਦਾ ਸਾਰ ਤੱਤ ਹੈ 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ 30 ਬਰਸ ਕਛ ਦੇਵ ਨਾ ਪੂਜਾ। ਸਮਾਂ ਇਸੇ ਤਰ੍ਹਾਂ ਹੀ ਗੁਜ਼ਰ ਗਿਆ। ਜਿਹੜਾ ਕੰਮ ਅਸਲ ਵਿੱਚ ਕਰਨਾ ਸੀ, ਜਿਸ ਮਕਸਦ ਲਈ ਸੰਸਾਰ ਵਿੱਚ ਜੀਵ ਆਇਆ ਹੈ, ਉਸ ਪਾਸੇ ਧਿਆਨ ਨਹੀਂ। ਤੇ ਜਦੋਂ ਵਕਤ ਖਤਮ ਹੋ ਗਿਆ ਤੇ ਸ਼ਬਦ ਪੜਿਆ ਨਾ ਤੁਸੀਂ ਕਿ ਉਸ ਟਾਈਮ ਤੇ ਧਰਮ ਦੀ ਆਸ ਕਰੇਗਾ। ਗੁਰੂ ਰਹਿਮਤ ਕਰੇ ਨੁਕਤਾ ਸਾਡੀ ਪਕੜ ਵਿੱਚ ਆ ਜੇ। ਜਿਹੜਾ ਮੈਂ ਅੱਜ ਦਾ ਪ੍ਰਕਰਨ ਸਾਂਝਾ ਕਰਨਾ ਸੀ ਉਹ ਹੈ ਬੰਦੀ ਛੋੜ ਦਿਵਸ। ਕੱਲ੍ਹ ਨੂੰ ਤੁਸੀਂ ਉਹ ਦਿਹਾੜਾ ਮਨਾ ਰਹੇ ਜੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਹੈ। ਬਹੁਤ ਸਾਰੇ ਦੀਪਮਾਲਾ ਕਰਦੇ ਆ, ਦੀਵੇ ਵੀ ਜਗਾਏ ਜਾਣੇ ਆ। ਆਪਾਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਇਹਨੂੰ ਵਾਚਣਾ ਹੈ। ਮੈਂ ਅਸਲ ਵਿੱਚ ਇਹ ਚੀਜ਼ ਮਹਿਸੂਸ ਕੀਤੀ ਹੈ, ਇਹ ਜਿਹੜੇ ਬਾਹਰੀ ਕਰਮਕਾਂਡ ਹੁੰਦੇ ਨੇ ਨਾ, ਮੈਂ ਇਹਨਾਂ ਨੂੰ ਪੂਰਨ ਰੂਪ ਵਿੱਚ ਰੱਦ ਵੀ ਨਹੀਂ ਕਰਦਾ। ਉਹਦਾ ਰੀਜ਼ਨ ਹੈ, ਅਸਲ ਵਿੱਚ ਇਹਨਾਂ ਦੇ ਪਿੱਛੇ ਮਕਸਦ ਕੋਈ ਹੋਰ ਸੀ, ਪਰ ਇਹ ਖੇਡ ਬਣ ਕੁਛ ਹੋਰ ਗਈ। ਪਹਿਲਾਂ ਇਤਿਹਾਸ ਦਾ ਪੱਖ ਆਪਾਂ ਸਾਂਝਾ ਕਰ ਲਈਏ, ਫਿਰ ਗੁਰਮਤਿ ਦੀ ਵਿਚਾਰਧਾਰਾ ਸਮਝਾਂਗੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਜਾਂਦਾ ਹੈ। ਸਾਨੂੰ ਬਹੁਤ ਸਾਰੇ ਢਾਡੀ ਜਥਿਆਂ ਨੇ, ਵਿਦਵਾਨਾਂ ਨੇ ਇਹ ਗੱਲ ਦੱਸੀ ਹੈ ਕਿ ਬਾਦਸ਼ਾਹ ਜਿਹੜਾ ਹੈ ਉਹਦੇ ਤੇ ਕੋਈ ਸਾੜ ਸਤੀ ਆ ਗਈ, ਕੋਈ ਬਿਮਾਰੀ ਆ ਗਈ। ਉਹਨੇ ਕਿਤੇ ਨਜੂਮੀਆਂ ਨੂੰ ਪੁੱਛਿਆ, ਚੰਦੂ ਵਰਗਿਆਂ ਨੇ ਉੱਥੇ ਰੋਲ ਅਦਾ ਕਰਕੇ ਕਹਿ ਦਿੱਤਾ ਜੀ ਤੁਹਾਡੇ ਤੇ ਸਾੜ ਸਤੀ ਹੈ, ਤੁਸੀਂ ਕਿਸੇ ਧਰਮੀ ਪੁਰਸ਼ ਦੇ ਕੋਲੋਂ ਆਪਣੇ ਵਾਸਤੇ ਤਪ ਸਾਧਨਾ ਕਰਵਾਓ ਤੇ ਤੁਹਾਡੀ ਬਿਮਾਰੀ ਟਲ ਜਾਵੇਗੀ। ਸੱਚਾਈ ਇਹ ਨਹੀਂ ਹੈ। ਸੱਚਾਈ ਇਹ ਹੈ ਕਿ ਹਮੇਸ਼ਾ ਸੱਤਾ ਦੀ ਕੋਸ਼ਿਸ਼ ਰਹੀ ਹੈ ਕਿ ਸੱਤ ਜਿਹੜਾ ਇਹ ਸਿਰ ਨਾ ਚੱਕੇ। ਸੱਤਾ ਦਾ ਅਰਥ ਹੈ ਤਾਕਤ, ਰਾਜ। ਸੱਤ ਦਾ ਅਰਥ ਹੈ ਸੱਚ, ਧਰਮ। ਰਾਜ ਕਦੇ ਨਹੀਂ ਚਾਹੁੰਦਾ ਕਿ ਧਰਮ ਜਿਹੜਾ ਸਿਰ ਚੁੱਕੇ। ਉਹ ਧਰਮ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ। ਅੱਜ ਤੱਕ ਇਹੀ ਕੁਛ ਹੋਇਆ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ। ਕਿਉਂ ਚਿਣਿਆ ਗਿਆ? ਕਿਉਂ ਫਤਵਾ ਜਾਰੀ ਹੋਇਆ? ਕਿਉਂਕਿ ਰਾਜ ਨੇ ਧਰਮ ਨੂੰ ਗੁਲਾਮ ਬਣਾ ਕੇ ਰੱਖਿਆ ਸੀ। ਨਹੀਂ ਤੇ ਧਰਮ ਕਹਿੰਦਾ ਸ਼ੀਰਖੋਰ ਬੱਚਿਆਂ ਤੇ ਜ਼ੁਲਮ ਕਰਨਾ ਗੁਨਾਹ ਹੈ। ਇਸਲਾਮ ਦੇ ਵਿੱਚ ਵੀ ਲਿਖਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨਾ, ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀਆਂ ਤਵੀਆਂ ਤੇ ਜਿਉਂਦਿਆਂ ਸਾੜਨਾ, ਇਹ ਸਾਰਾ ਕੁਝ ਕਿਉਂ ਵਾਪਰਿਆ ਹੈ? ਇਸੇ ਕਰਕੇ ਵਾਪਰਿਆ ਹੈ ਕਿ ਜਿਹੜੀ ਤਾਕਤ ਹੁੰਦੀ ਹੈ, ਰਾਜ ਹੁੰਦਾ ਹੈ, ਉਹ ਨਹੀਂ ਚਾਹੁੰਦਾ ਕਿ ਜਿਹੜਾ ਧਰਮ ਹੈ, ਸੱਚ ਹੈ, ਇਹ ਕਿਤੇ ਸਿਰ ਤਾਂ ਚੱਕੇ। ਜਦੋਂ ਜਦੋਂ ਵੀ ਧਰਮ ਦਾ ਝੰਡਾ ਉੱਪਰ ਹੋਣ ਲੱਗਾ ਹੈ, ਇਹਨਾਂ ਦਾ ਟਕਰਾਓ ਹੋਇਆ ਹੈ। ਔਰ ਕਿੱਡੀ ਕਮਾਲ ਦੀ ਗੱਲ, ਮੈਂ ਕਈ ਵਾਰ ਸੋਚਦਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਦੋ ਤਰ੍ਹਾਂ ਦੇ ਲੋਕਾਂ ਨਾਲ ਫਾਈਟ ਰਹੀ ਪੂਰੀ ਉਮਰ। ਦੋ ਤਰ੍ਹਾਂ ਦੇ ਲੋਕਾਂ ਨਾਲ ਫਾਈਟ। ਦੋ ਤਰ੍ਹਾਂ ਦੇ ਕਿਹੜੇ ਲੋਕ ਸੀ? ਇੱਕ ਉਹ ਜਿਹੜੇ ਧਰਮ ਦੇ ਨਾਂ ਤੇ ਗ੍ਰਸਤ ਤੋਂ ਭਗੌੜੇ ਸੀ, ਚਾਹੇ ਉਹ ਪਹਾੜਾਂ ਦੇ ਵਿੱਚ, ਚਾਹੇ ਉਹ ਜੰਗਲਾਂ ਦੇ ਵਿੱਚ, ਚਾਹੇ ਕਿਤੇ ਵੀ ਜਾ ਕੇ ਬੈਠ ਗਏ, ਗ੍ਰਸਤ ਨੂੰ ਨਿੰਦਣ ਵਾਲੇ। ਉਹਨਾਂ ਨਾਲ ਪੂਰੀ ਜ਼ਿੰਦਗੀ ਫਾਈਟ ਰਹੀ ਹੈ। ਸਿੱਧ ਗੋਸ਼ਟ ਸਰਲੇਖ ਹੇਠ ਬਾਣੀ ਹੈ, ਪੜ੍ਹ ਕੇ ਵੇਖ ਲਈਏ ਆਪਾਂ। ਇਤਿਹਾਸ ਦੇ ਪੰਨੇ ਵੀ ਸਾਨੂੰ ਦੱਸਦੇ ਆ। ਦੂਜੇ ਜਿਹੜੇ ਰਾਜੇ ਲੋਕ ਸੀ, ਰਾਜੇ ਸ਼ੀ ਮੁਕੱਦਮ ਕੁੱਤੇ, ਇਹਨਾਂ ਨਾਲ ਫਾਈਟ ਰਹੀ ਹੈ ਸਦਾ। ਮੈਂ ਹੈਰਾਨ ਹੁੰਦਾ ਕਈ ਵਾਰ ਜਦੋਂ ਅਜੋਕੇ ਸਮੇਂ ਵਿੱਚ ਦੇਖਦਾ। ਅੱਜ ਦੇ ਸਮੇਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਭ ਤੋਂ ਨੇੜੇ ਹੋਣ ਦੇ ਦਾਅਵਾ ਕਰਨ ਵਾਲੇ ਜਿੰਨੇ ਵੀ ਬਾਬੇ ਨੇ, ਸਾਰੇ ਗ੍ਰਸਤ ਤੋਂ ਭਗੌੜੇ। ਜਿਨ੍ਹਾਂ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਜ਼ਿੰਦਗੀ ਫਾਈਟ ਰਹੀ ਹੈ, ਅੱਜ ਦਾ ਸਿੱਖ ਉਹਨਾਂ ਨੂੰ ਪੂਜਦਾ ਜੇ। ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਜ਼ਿੰਦਗੀ ਫਾਈਟ ਰਹੀ ਰਾਜਿਆਂ ਨਾਲ। ਅੱਜ ਦੇ ਜਿੰਨੇ ਵੀ ਇਹ ਤੁਸੀਂ ਦੇਖੋਗੇ ਅਖੌਤੀ ਜਿਹੜੇ ਧਰਮ ਦੇ ਮੁਖੀ ਬਣ ਕੇ ਬੈਠੇ, ਸਾਰਿਆਂ ਦੀਆਂ ਪੀਂਘਾਂ ਨੇ ਪਈਆਂ ਹੋਈਆਂ ਰਾਜਿਆਂ ਨਾਲ। ਜਿੰਨੇ ਵੀ ਰਾਜ ਸੀ, ਕੋਈ MLA MP ਸਰਕਾਰਾਂ ਨੇ, ਉਹਨਾਂ ਦੇ ਨਾਲ ਉਹਨਾਂ ਦੀ ਇੱਕ ਮਿਕਤਾ ਹੈ। ਗੁਰੂ ਕਿਰਪਾ ਕਰਿਆ ਨੁਕਤਾ ਸਾਡੀ ਪਕੜ 'ਚ ਆ ਜਾਏ।
ਇਹ ਉਹ ਲੋਕ ਨੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿਰੋਧੀ, ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਜੀ ਦੀ ਫਾਈਟ ਰਹੀ। ਤੇ ਅੱਜ ਦਾ ਸਿੱਖ ਜਦੋਂ ਉਹਨਾਂ ਨੂੰ ਮੱਥਾ ਟੇਕਦਾ ਹੋਵੇਗਾ ਜਾਂ ਉਹਨਾਂ ਨੂੰ ਜਾ ਕੇ ਮੰਨਦਾ ਹੋਵੇਗਾ, ਉਹਨਾਂ ਦੇ ਅੱਗੇ ਹੱਥ ਜੋੜਦਾ ਹੋਵੇਗਾ, ਕਿਤੇ ਨਾ ਕਿਤੇ ਦੰਦੀਆਂ ਚੜਾਉਂਦਾ ਹੋਵੇਗਾ ਗੁਰੂ ਨਾਨਕ ਪਾਤਸ਼ਾਹ ਨੂੰ, ਗੁਰੂ ਨਾਨਕ ਜੀ ਜਿਨ੍ਹਾਂ ਦੇ ਨਾਲ ਤੁਹਾਡੀ ਸਾਰੀ ਜ਼ਿੰਦਗੀ ਫਾਈਟ ਰਹੀ, ਆ ਵੇਖੋ ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਖੜਾ ਜੀ। ਗੁਰੂ ਰਹਿਮਤ ਕਰੇ ਕਿਤੇ ਨੁਕਤੇ ਪਕੜ ਜਾਵੇ। ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਇਸ ਲਈ ਕੈਦ ਕੀਤਾ, ਖਤਰਾ ਉਹਨੂੰ ਜਾਪਣ ਲੱਗ ਪਿਆ। ਇਹ ਸਿਰ ਚੱਕ ਰਿਹਾ ਹੈ, ਇਹ ਧਰਮ ਦਾ ਨਿਸ਼ਾਨ ਲੈ ਕੇ ਖੜਾ ਹੈ ਮੇਰੇ ਸਾਹਮਣੇ, ਤੇ ਜੇ ਧਰਮ ਦਾ ਰਾਜ ਹੋ ਗਿਆ ਤੇ ਮੇਰੇ ਲਈ ਖਤਰਾ ਹੈ। ਗਵਾਲੀਅਰ ਦੇ ਵਿੱਚ ਕੈਦ ਇਸ ਲਈ ਕੀਤਾ, ਉਹ ਇੱਕ ਐਸੀ ਕੈਦਗਾਹ ਹੈ ਜਿੱਥੇ ਕਿਸੇ ਚੋਰ ਨੂੰ, ਡਾਕੂ ਨੂੰ, ਲਟੇਰੇ ਨੂੰ ਕੈਦ ਨਹੀਂ ਕੀਤਾ ਜਾਂਦਾ। ਉੱਥੇ ਉਹਨਾਂ ਨੂੰ ਕੈਦ ਕੀਤਾ ਜਾਂਦਾ ਜਿਹੜੇ ਜਿਉਂਦੇ ਤੇ ਅੰਦਰ ਜਾਂਦੇ ਨੇ, ਪਰ ਜਿਉਂਦੇ ਕਦੀ ਬਾਹਰ ਨਹੀਂ ਨਿਕਲਦੇ। ਉੱਥੋਂ ਉਹਨਾਂ ਦੀਆਂ ਡੈੱਡ ਬੋਡੀਆਂ ਹੀ ਬਾਹਰ ਨਿਕਲਦੀਆਂ ਨੇ। ਸਾਰੀ ਜ਼ਿੰਦਗੀ ਉੱਥੇ ਉਹਨਾਂ ਨੇ ਖਤਮ ਹੋਣਾ। ਤੇ ਉਹਨਾਂ ਨੂੰ ਸਜ਼ਾ ਸਿਰਫ ਦੋ ਤਰ੍ਹਾਂ ਦੀ ਦਿੱਤੀ ਜਾਂਦੀ ਹੈ। ਇੱਕ ਤੇ ਉਹਨਾਂ ਦੇ ਖਾਣੇ ਦੇ ਵਿੱਚ ਜ਼ਹਿਰ ਹੁੰਦਾ ਹੈ, ਬੜੀ ਥੋੜੀ ਮਾਤਰਾ ਵਾਲਾ, ਤਾਂ ਕਿ ਅੰਦਰੋਂ ਅੰਦਰ ਗਲਦੇ ਜਾਣ ਇਹਨਾਂ ਦੇ ਸਰੀਰ। ਤੇ ਜੇ ਕਿਤੇ ਉਹ ਵੀ ਉਹਦੇ ਤੇ ਅਸਰ ਨਹੀਂ ਕਰਦਾ ਤੇ ਉਹਨੂੰ ਇੱਕ ਪੋਸ਼ਾਕ ਪਹਿਨਾਈ ਜਾਂਦੀ ਹੈ ਕੈਦੀਆਂ ਵਾਲੀ, ਜਿਹਦੇ ਅੰਦਰ ਜ਼ਹਿਰ ਲੱਗਾ ਹੁੰਦਾ ਹੈ ਕਿ ਜਦੋਂ ਪਸੀਨਾ ਆਵੇਗਾ ਤੇ ਇਸ ਪੋਸ਼ਾਕ ਦੇ ਨਾਲ ਪਸੀਨਾ ਜਦੋਂ ਟੱਚ ਕਰੇਗਾ, ਇਹਨੂੰ ਲੱਗਾ ਹੋਇਆ ਜ਼ਹਿਰ ਜਿਹੜਾ ਹੈ ਉਹਦੀ ਸਕਿਨ ਦੇ ਉੱਤੇ, ਉਹਦੀ ਬੋਡੀ ਦੇ ਉੱਤੇ ਅਸਰ ਕਰਨਾ ਸ਼ੁਰੂ ਕਰ ਦੇਵੇਗਾ ਤੇ ਗਲਣਾ ਸ਼ੁਰੂ ਹੋ ਜਾਏਗਾ। ਗੁਰੂ ਨਾਨਕ ਸਾਹਿਬ ਜੀ ਨੇ ਇਸ ਲਈ ਉੱਥੇ ਕੈਦ ਕੀਤਾ। ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਜਦੋਂ ਉੱਥੇ ਜਾਂਦੇ ਨੇ, ਉੱਥੋਂ ਦਾ ਦਰੋਗਾ ਹੈ ਹਰੀਦਾਸ, ਉਹਨੇ ਦੋਨੋਂ ਚੀਜ਼ਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸ ਦਿੱਤੀਆਂ। ਮਹਾਰਾਜ, ਇੱਕ ਤੇ ਇੱਥੋਂ ਦਾ ਖਾਣਾ ਨਾ ਖਾਇਓ, ਉਹਦਾ ਆਹ ਕਾਰਨ, ਇੱਕ ਇਹ ਪੋਸ਼ਾਕ ਨਾ ਪਹਿਨਿਓ। ਗੁਰੂ ਸਾਹਿਬ ਜੀ ਨੇ ਉੱਥੇ ਬਚਨ ਕੀਤਾ ਕਿ ਕੈਦ ਸਾਨੂੰ ਕੀਤਾ ਹੈ, ਤੇ ਜਿਹੜੇ ਮੇਰੇ ਨਾਲ 5 ਗੁਰਸਿੱਖ ਨੇ, ਇਹ ਬਾਹਰ ਦਿਹਾੜੀ ਕਰਨਗੇ, ਇਹ ਜੋ ਕਮਾ ਕੇ ਲਿਆਉਣਗੇ ਉਹ ਭੋਜਨ ਕਰਾਂਗੇ। ਤੇ ਪੋਸ਼ਾਕ ਜਿਹੜੀ ਸੀ ਉਹ ਪਹਿਨਣ ਤੋਂ ਇਨਕਾਰ ਕਰ ਦਿੱਤਾ। ਜਿਹੜੀ ਚਾਲ ਸੀ ਉਹ ਫੇਲ ਹੋ ਗਈ। ਕਈ ਸਾਲਾਂ ਤੱਕ ਗੁਰੂ ਸਾਹਿਬ ਜੀ ਨੂੰ ਉੱਥੇ ਕੈਦ ਰੱਖਿਆ ਗਿਆ। ਸਾਡੇ 'ਚ ਬਹੁਤ ਪ੍ਰਚਾਰਿਆ ਜਾਂਦਾ ਜੀ, ਗੁਰੂ ਸਾਹਿਬ ਜੀ ਨੂੰ 40 ਦਿਨ ਲੱਗ ਗਏ, 2 ਦਿਨ ਉੱਪਰ ਹੋ ਗਏ, ਰਾਤ ਨੂੰ ਸਿੱਖ ਸ਼ੇਰ ਬਣ ਕੇ ਡਰਾਉਣ ਗਏ। ਅਸਲ ਵਿੱਚ ਇਹ ਸਾਰੀਆਂ ਲਿਖਤਾਂ ਇਹੋ ਜਿਹੀਆਂ ਜਿਹੜੀਆਂ ਨਾ, ਇਹ ਸਿੱਖ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚਲੀਹੇ ਨਾਲ ਜ਼ਰੂਰ ਜੋੜਦਾ ਹੈ। ਔਰ ਅਸੀਂ ਅੱਖਾਂ ਬੰਦ ਕਰਕੇ ਜੁੜ ਵੀ ਗਏ। ਮਾਫ ਕਰਿਓ ਮੈਨੂੰ, ਕਿਤੇ ਮਾਈਂਡ ਨਾ ਕਰਿਓ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੁੰਦੀ 40 ਦਿਨ ਸੁਖਮਣੀ ਸਾਹਿਬ, ਕਿਸੇ ਨਾ ਕਿਸੇ ਤਰੀਕੇ ਨਾਲ ਚਲੀਹੇ ਨਾਲ ਜੋੜ ਦਿਆ ਸਾਨੂੰ। ਉਹ ਸਾਡੀ ਸੋਚ ਵਿੱਚ ਚੀਜ਼ ਪਾ ਦਿੱਤੀ ਗਈ। 40 ਦਿਨ ਆਹ ਕਰਨਾ। ਕਿਸੇ ਦੇ ਘਰ ਬੱਚਾ ਹੋਵੇ ਨਾ, 40 ਦਿਨ ਕਿਸੇ ਨੂੰ ਘਰੇ ਨਹੀਂ ਆਪਾਂ ਆਉਣ ਦੇਣਾ। ਗੁਰੂ ਰਹਿਮਤ ਕਰੇ ਨਾ ਕਿਤੇ ਕਰਮ ਕਾਂਡਾਂ 'ਚ, ਨਾ ਵਹਿਮਾਂ ਭਰਮਾਂ 'ਚੋਂ ਅਸੀਂ ਬਾਹਰ ਨਿਕਲੀਏ। ਗੁਰੂ 40 ਦਿਨ ਨਹੀਂ ਵਹਿੰਦਾ। ਗੁਰੂ ਸਾਡੇ ਜੀਵਨ ਦੇ ਕਿਰਦਾਰ ਨੂੰ, ਸਾਡੇ ਅੰਦਰ ਦੀ ਭਾਵਨਾ ਨੂੰ ਦੇਖਦਾ ਹੈ। ਉਹ ਦੇਖਦਾ ਹੈ ਕਿ ਮੇਰੇ ਸਵਾਸ ਜਿਹੜੇ ਚੱਲ ਰਹੇ ਨੇ, ਉਹ ਸਵਾਸ ਜਿਹੜੇ ਨੇ ਉਹ ਗੁਰੂ ਦੇ ਮੁਤਾਬਕ ਹੈ ਕਿ ਜਾਂ ਬੇਮੁਖਤਾਈ ਵਾਲੇ ਚੱਲ ਰਹੇ ਨੇ। ਉਹ ਚਲੀਹੇ ਨਹੀਂ ਦੇਖਦਾ। ਭਰਮਾਰ ਲੱਗੀ ਹੈ 40 ਦਿਨ ਦੇ ਸੁਖਮਨੀ ਸਾਹਿਬ ਸਾਡੇ ਵੀ। ਇਹਨਾਂ ਕਰਮਕਾਂਡਾਂ ਚੋਂ ਬਾਹਰ ਨਿਕਲੀਏ। ਖੈਰ, ਗੁਰੂ ਸਾਹਿਬ ਜੀ ਜਦੋਂ ਉੱਥੇ ਕੈਦਖਾਨੇ ਵਿੱਚ ਨੇ, ਹਾਹਾਕਾਰ ਮੱਚ ਗਈ। ਗੁਰੂ ਸਾਹਿਬ ਜੀ ਗਵਾਲੀਅਰ ਕੈਦ ਵਿੱਚ ਹੈ, ਬਾਹਰ ਕਿਵੇਂ ਲਿਆਂਦਾ ਜਾਵੇ? ਇਤਿਹਾਸ ਦੇ ਪੰਨੇ ਦੱਸਦੇ ਨੇ, ਉਹਨਾਂ ਸਮਿਆਂ 'ਚ ਬਾਬਾ ਬੁੱਢਾ ਸਾਹਿਬ ਜੀ ਨੇ ਸ਼ਬਦ ਚੌਂਕੀ ਆਰੰਭ ਕੀਤੀ। ਸ਼ਬਦ ਚੌਂਕੀ ਆਪਾਂ ਦੇ ਪ੍ਰਭਾਤ ਫੇਰੀਆਂ ਕੱਢਦੇ ਹਾਂ ਨਾ ਸਵੇਰ ਦੇ ਸਮੇਂ ਜਿਹੜੀਆਂ, ਇਹ ਅਸਲ ਵਿੱਚ ਇਹਦਾ ਇਤਿਹਾਸ ਉੱਥੋਂ ਜੁੜਦਾ ਹੈ। ਸਵੇਰੇ ਤੜਕੇ ਉੱਠਣਾ, ਇੱਕ ਜਥਾ ਬਣਾਉਣਾ, ਪਿੰਡਾਂ ਦੇ ਵਿੱਚ ਪ੍ਰਭਾਤ ਸ਼ਬਦ ਗਾਇਨ ਕਰਨੇ, ਕਿਉਂਕਿ ਮੁਗਲਾਂ ਦਾ ਰਾਜ ਹੈ ਤੇ ਕੋਈ ਨਾ ਕੋਈ ਬਹਾਨਾ ਚਾਹੀਦਾ ਲੋਕਾਂ ਨੂੰ ਜਗਾਉਣ ਲਈ। ਜਦੋਂ ਸੰਗਤ ਇਕੱਠੀ ਹੋਣੀ, ਉੱਥੇ ਫਿਰ ਅਹਿਸਾਸ ਕਰਾਉਣਾ। ਤੁਹਾਨੂੰ ਪਤਾ ਕਿੰਨਾ ਸਮਾਂ ਹੋ ਗਿਆ ਗੁਰੂ ਸਾਹਿਬ ਗਵਾਲੀਅਰ ਕਿਲ੍ਹੇ ਵਿੱਚ ਕੈਦ ਨੇ। ਪਿੰਡਾਂ ਦੇ ਵਿੱਚੋਂ ਚਿੰਗਾਰੀ ਉੱਠਣੀ ਸ਼ੁਰੂ ਹੋ ਗਈ। ਇਹ ਫਿਰ ਨਗਰ ਕੀਰਤਨ ਜਿਹੜੇ ਆਪਾਂ ਕੱਢਦੇ ਨੇ ਵੀ ਉੱਥੋਂ ਚੱਲੇ ਨੇ।
ਇਹ ਫਿਰ ਵੱਡੇ ਵੱਡੇ ਜਥਿਆਂ ਦੇ ਰੂਪ ਦੇ ਵਿੱਚ ਗਵਾਲੀਅਰ ਵੱਲ ਨੂੰ ਚੱਲਣੇ ਸ਼ੁਰੂ ਹੋ ਗਏ। ਬਾਦਸ਼ਾਹ ਕੋਲ ਰਿਪੋਰਟਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਕਿ ਬਗਾਵਤ ਜਿਹੜੀ ਉੱਠ ਪਈ ਹੈ। ਗੁਰੂ ਸਾਹਿਬ ਨੂੰ ਜ਼ਿਆਦਾ ਸਮਾਂ ਤੁਸੀਂ ਕੈਦ ਨਹੀਂ ਕਰ ਸਕਦੇ, ਇਹਨਾਂ ਨੂੰ ਛੱਡਣਾ ਪਵੇਗਾ, ਨਹੀਂ ਤੇ ਪਿੰਡਾਂ ਦੇ ਵਿੱਚੋਂ ਲਹਿਰ ਉੱਠ ਪਈ ਹੈ ਤੇ ਇਸ ਲਹਿਰ ਦਾ ਮੂੰਹ ਜਿਹੜਾ ਗਵਾਲੀਅਰ ਦੇ ਕਿਲੇ ਵੱਲ ਨੂੰ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫਿਰ ਉਹਨਾਂ ਨੇ ਰਿਹਾ ਕਰਨ ਵਾਸਤੇ ਆਦੇਸ਼ ਜਾਰੀ ਕੀਤਾ। ਪਹਿਲੇ ਗੁਰੂ ਹਰਗੋਬਿੰਦ ਸਾਹਿਬ ਹੈ ਜਿਹੜੇ ਗਵਾਲੀਅਰ ਕਿਲੇ ਚੋਂ ਜਿਉਂਦਿਆਂ ਬਾਹਰ ਆਉਣ ਵਾਸਤੇ ਬਾਦਸ਼ਾਹ ਨੂੰ ਆਰਡਰ ਕਰਨੇ ਪਏ। ਸਵਾਲ ਖੜਾ ਹੋਇਆ ਕਿ ਜੇ ਅਸੀਂ ਬਾਹਰ ਜਾਵਾਂਗੇ ਤੇ ਜਿੰਨੇ ਵੀ ਇੱਥੇ ਨੇ, ਕਿਉਂਕਿ ਜਿਹੜਾ ਗੁਰੂ ਦੀ ਸੰਗਤ ਕਰਦਾ ਹੈ ਨਾ, ਗੁਰੂ ਕਦੇ ਉਹਦਾ ਸਾਥ ਛੱਡ ਕੇ ਨਹੀਂ ਜਾਂਦਾ। ਗੁਰੂ ਹਮੇਸ਼ਾ ਆਪਣੇ ਲੜ ਨਾਲ ਲਾ ਕੇ ਰੱਖਦਾ ਹੈ। ਇਹ ਬੰਦੀ ਛੋੜ ਦਿਵਸ ਦਾ ਬੜਾ ਖੂਬਸੂਰਤ ਸੁਨੇਹਾ ਸੰਧਾਤ ਹੈ। ਜਿਹੜਾ ਗੁਰੂ ਦੀ ਇੱਕ ਵਾਰੀ ਸੰਗਤ ਕਰਨ ਲੱਗ ਪਿਆ ਨਾ, ਗੁਰੂ ਕਦੇ ਉਹਦਾ ਸਾਥ ਨਹੀਂ ਛੱਡਦਾ। ਤੁਸੀਂ ਇੱਕ ਗਾਥਾ ਬੜੀ ਪੜ੍ਹੀ ਸੁਣੀ ਹੋਵੇਗੀ, ਢਾਡੀਆਂ ਨੇ ਬਹੁਤ ਪ੍ਰਚਾਰੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਮੇਂ ਪਿਸ਼ਾਵਰ ਦਾ ਇੱਕ ਸਿੱਖ ਹੈ, ਭਾਈ ਜੋਗਾ ਸਿੰਘ। ਉਹਦਾ ਵਿਆਹ ਸੀ। ਵਿਆਹ ਦੀਆਂ ਕੁਝ ਰਸਮਾਂ ਪੂਰੀਆਂ ਹੋ ਗਈਆਂ, ਕੁਝ ਅਜੇ ਰਹਿੰਦੀਆਂ ਸੀ ਕਿ ਗੁਰੂ ਸਾਹਿਬ ਦਾ ਹੁਕਮਨਾਮਾ ਪਹੁੰਚ ਗਿਆ ਕਿ ਸਿੱਖਾ ਹੁਕਮਨਾਮਾ ਪੜ੍ਹਦੇ ਸਾਰ ਹੀ ਤੂੰ ਅਨੰਦਪੁਰ ਸਾਹਿਬ ਸਾਡੇ ਕੋਲ ਆ। ਜਦੋਂ ਨੇ ਹੁਕਮਨਾਮਾ ਪੜ੍ਹਿਆ, ਪਰਿਵਾਰ ਨੂੰ ਦੱਸਿਆ। ਪਰਿਵਾਰ ਕਹਿੰਦੇ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਬਾਕੀ ਰਸਮਾਂ ਰਹਿੰਦੀਆਂ ਨੇ, ਕਹਿਣ ਲੱਗਾ ਜੀ ਇਹ ਰਸਮਾਂ ਹੁਣ ਬਾਅਦ ਵਿੱਚ ਕਰਾਂਗਾ, ਖੁਸ਼ੀਆਂ ਬਾਅਦ ਵਿੱਚ ਮਾਣਾਂਗਾ, ਪਹਿਲਾਂ ਗੁਰੂ ਦਾ ਹੁਕਮ ਹੈ। ਇਹਨੂੰ ਵੀ ਕਰਮਕਾਂਡ ਬਣਾ ਦਿੱਤਾ। ਇਹਦੇ ਵਿੱਚ ਉਹ ਜੀ 2 ਲਾਵਾਂ ਲਈਆਂ ਤੇ 2 ਰੁਕ ਗਏ, ਅਜੇ ਰਹਿੰਦੀਆਂ ਸੀ। ਤੇ ਜਦੋਂ ਸਿੱਖ ਨੇ ਹੁਕਮਨਾਮਾ ਅੱਗੇ ਰੱਖਿਆ ਤੇ ਜਿਹੜਾ ਉਹ ਭਾਈ ਜੋਗਾ ਸਿੰਘ ਸੀ 2 ਲਾਵਾਂ ਵਿੱਚੇ ਛੱਡ ਕੇ ਚਲੇ ਗਿਆ। ਇਹੀ ਪੜ੍ਹਿਆ ਸੁਣਿਆ ਨਾ। ਮੈਂ ਨਿਊਯਾਰਕ ਸੀ 2 ਸਾਲ ਪਹਿਲਾਂ। ਮੈਂ ਇੱਕ ਢਾਡੀ ਸਿੰਘ ਨੂੰ ਸਵਾਲ ਕੀਤਾ, ਮੈਂ ਕਿਹਾ ਜਿਹੜੀਆਂ ਲਾਵਾਂ ਲੈ ਰਿਹਾ ਸੀ ਭਾਈ ਜੋਗਾ ਸਿੰਘ, ਉਹ ਕਿਹਦੇ ਦੁਆਲੇ ਲੈ ਰਿਹਾ ਸੀ? ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ। ਮੈਂ ਕਿਹਾ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਸੀ? ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਲਿਖਵਾਇਆ ਉਹਦੇ ਧੀਰ ਮੱਲੀਆਂ ਕੋਲ, ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਲਿਖਵਾਇਆ ਉਹ ਤੇ ਦਮਦਮਾ ਸਾਹਿਬ। ਉਦੋਂ ਤੇ ਅਨੰਦਪੁਰ ਸਾਹਿਬ ਛੱਡ ਕੇ ਉੱਥੇ ਚਲੇ ਗਏ, ਉੱਥੋਂ ਵਾਪਸ ਹੀ ਨਹੀਂ ਆਏ, ਨੰਦੇੜ ਨੂੰ ਚਲੇ ਗਏ। ਇਹ ਘਟਨਾ ਉਦੋਂ ਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਨੇ, ਤੇ ਸਰੂਪ ਤੇ ਉਦੋਂ ਧੀਰ ਮੱਲੀਆਂ ਕੋਲ ਆ। ਤੇ ਭਾਈ ਜੋਗਾ ਸਿੰਘ ਦੀ ਪਰਿਕਰਮਾ ਫਿਰ ਕਿਹੜੇ ਸਰੂਪ ਨਾਲ ਹੋ ਰਹੀ ਸੀ? ਉਹ ਵਿਚਾਰਾ ਮੇਰੇ ਮੂੰਹ ਵੱਲ ਵੇਖੇ ਵੀ ਜਵਾਬ ਕੀ ਦੇਵਾਂ। ਇਹੋ ਜਿਹੇ ਮਸਾਲੇ ਜਿਹੜੇ 2 ਲਾਵਾਂ ਵਿੱਚੇ ਛੱਡ ਕੇ ਗੁਰੂ ਸਾਹਿਬ ਦਾ ਹੁਕਮਨਾਮਾ ਜਦੋਂ ਪੜ੍ਹਿਆ ਤੇ ਚਲੇ ਗਏ। ਕਦੇ ਸਿੱਖ ਗੁਰੂ ਸ਼ਬਦ ਗੁਰੂ ਦੀ ਨਰਾਦਰੀ ਨਹੀਂ ਕਰ ਸਕਦਾ। ਕਦੇ ਸਿੱਖ ਸ਼ਬਦ ਗੁਰੂ ਨੂੰ ਛੱਡ ਕੇ ਕਿਸੇ ਹੋਰ ਹੁਕਮਨਾਮੇ ਨੂੰ ਤਰਜੀਹ ਨਹੀਂ ਦੇ ਸਕਦਾ। ਇਹ ਅਸਲ ਵਿੱਚ ਉਹਨਾਂ ਹੁਕਮਨਾਮਿਆਂ ਨੂੰ ਪ੍ਰਮੋਟ ਕਰਨ ਵਾਸਤੇ ਕਹਾਣੀਆਂ ਇਸ ਤਰ੍ਹਾਂ ਦੇ ਵਿੱਚ ਐਡ ਕੀਤੀਆਂ ਜਾਂਦੀਆਂ ਨੇ, ਜਿਹੜੀਆਂ ਕਹੀਆਂ ਹੁੰਦੀਆਂ ਜੀ ਆਹ ਗੁਰੂ ਸਾਹਿਬਾਂ ਦਾ ਹੁਕਮਨਾਮਾ ਸਾਡੇ ਕੋਲ ਪਿਆ ਵਾ, ਤਾਂ ਕਿ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਹੁਕਮਨਾਮਾ ਸਿੱਖ ਨਾ ਸਮਝੇ। ਇਹ ਬੜੀ ਵੱਡੀ ਇੱਕ ਖੇਡ ਜੇ। ਅੱਜ ਵੀ ਸਾਡੇ ਤਖਤਾਂ ਤੋਂ ਕੋਈ ਹੁਕਮਨਾਮਾ ਜਾਰੀ ਹੋਵੇ, ਬੱਚੇ ਨੂੰ ਪਤਾ ਹੁੰਦਾ ਏ, ਪਰ ਦਰਬਾਰ ਸਾਹਿਬ ਟੀਵੀ ਦੇ ਉੱਪਰ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਸੁਣਾ ਰਹੇ ਹੁੰਦੇ ਨੇ, ਕਿਸੇ ਨੂੰ ਚੇਤਾ ਨਹੀਂ ਹੁੰਦਾ ਗੁਰੂ ਦਾ ਹੁਕਮਨਾਮਾ ਕੀ ਹੈ। ਇਹ ਬੜੀ ਵੱਡੀ ਇੱਕ ਖੇਡ ਸੀ, ਸਾਜ਼ਿਸ਼ ਸੀ। ਖੈਰ, ਮੈਂ ਪ੍ਰਕਰਨ ਵੱਲ ਆ ਜਾ। ਕੁਝ ਕੁ ਰਸਮਾਂ ਹੋਈਆਂ, ਕੁਝ ਰਹਿੰਦੀਆਂ ਸੀ, ਚੱਲ ਪਏ। ਹੁਸ਼ਿਆਰਪੁਰ ਦਾ ਇਲਾਕਾ, ਸ਼ਾਇਦ ਤੁਹਾਡੇ 'ਚ ਕੋਈ ਉਸ ਇਲਾਕੇ ਦਾ ਗੁਰਸਿੱਖ ਇੱਥੇ ਹੋਵੇ। ਰਾਤ ਦਾ ਸਮਾਂ ਪੈ ਗਿਆ ਤੇ ਮਨ ਵਿੱਚ ਵਿਚਾਰ ਆਈ ਸਵੇਰੇ ਚੱਲਾਂਗੇ ਅਨੰਦਪੁਰ ਸਾਹਿਬ, ਜਿਵੇਂ ਉਹ ਸਾਖੀ 'ਚ ਲਿਖਿਆ ਹੈ। ਤੇ ਮੈਂ ਮਹਿਸੂਸ ਕਰਦਾ ਹੁੰਨਾ, ਮੈਂ ਇਸੇ ਲਈ ਪਹਿਲਾਂ ਬੇਨਤੀ ਕੀਤੀ, ਮੈਂ ਹਰ ਸ਼ੈ ਰੱਦ ਨਹੀਂ ਕਰਦਾ, ਪਰ ਮੇਰੀ ਕੋਸ਼ਿਸ਼ ਹੁੰਦੀ ਉਹਦੇ 'ਚੋਂ ਤੱਤ ਕੱਢ ਲਈਏ, ਛਿਲਕੇ ਤੇ ਨਾ ਫਿਸਲੀਏ। ਹੁਣ ਰਾਤ ਦਾ ਸਮਾਂ ਹੈ ਤੇ ਦੂਰ ਕਿਸੇ ਨਗਰ ਦੇ ਵਿੱਚ ਅਖਾੜਾ ਲੱਗਾ ਹੋਇਆ ਸੀ, ਨਾਚ ਗਾਣੇ ਚੱਲ ਰਹੇ ਸੀ, ਰਾਸਧਾਰੀ ਰਾਸਾਂ ਪਾਉਂਦੇ ਸੀ। ਦੂਜੇ ਪਿੰਡਾਂ ਦੇ ਲੋਕ ਵੀ ਹੀਰਾਂ ਘੱਤ ਜਾ ਰਹੇ ਸੀ, ਉੱਥੇ ਚੱਲਦੇ ਜਾ ਕੇ ਤਮਾਸ਼ਾ ਵੇਖਦੇ ਆ। ਮਨ ਵਿੱਚ ਵਿਚਾਰ ਆਈ, ਚੱਲ ਰਾਤ ਮੇਰੇ ਕੋਲ, ਸਵੇਰੇ ਆਪਾਂ ਗੁਰੂ ਸਾਹਿਬ ਕੋਲ ਜਾਣਾ, ਆਪਾਂ ਵੀ ਜਾ ਕੇ ਦੇਖ ਆਉਂਦੇ ਆ ਕੀ ਉੱਥੇ ਮਾਹੌਲ ਬਣਿਆ ਹੋਇਆ ਹੈ। ਜਦੋਂ ਉਧਰ ਨੂੰ ਤੁਰਨ ਲੱਗਦਾ ਹੈ, ਜੋ ਸਾਖੀਕਾਰ ਲਿਖਦੇ ਨੇ, ਕੀ ਲਿਖਦੇ ਨੇ ਕਿ ਸਾਹਮਣੇ ਕੀ ਦੇਖਦਾ ਹੈ ਕਿ ਉਹਨੂੰ ਇੰਝ ਲੱਗਦਾ ਜਿਸ ਤਰ੍ਹਾਂ ਮੇਰਾ ਗੁਰੂ ਸਾਹਮਣੇ ਖੜਾ, ਮੇਰਾ ਪਹਿਰੇਦਾਰ ਬਣ ਕੇ। ਉਹਨੇ ਜਿੰਨੀ ਵਾਰ ਵੀ ਕੋਸ਼ਿਸ਼ ਕੀਤੀ, ਗੁਰੂ ਸਾਹਮਣੇ ਦਿਖਾਈ ਦਿੱਤਾ।
ਉਹ ਤੇ ਵੱਖਰੀ ਗੱਲ ਹੈ ਨਾ ਵੀ ਅਸੀਂ ਕਹਾਣੀ ਬਣਾ ਦਿੱਤੀ, ਉਹ ਜੀ ਚਬਾਰੇ ਨੂੰ ਚੱਲਿਆ ਤੇ ਗੁਰੂ ਸਾਹਿਬ ਭੇਸ ਬਦਲ ਕੇ ਉੱਥੇ ਆ ਗਏ। ਅਸਲ ਸਾਰ ਤੱਤ ਕੀ ਹੈ? ਜਦੋਂ ਸਿੱਖ ਗੁਰੂ ਦਾ ਹੁਕਮ ਮੰਨ ਕੇ ਕਦਮ ਪੁੱਟਦਾ ਏ, ਉਹਦੇ ਕਦਮ ਦਾ ਰਖਵਾਲਾ ਉਹਦਾ ਗੁਰੂ ਹੁੰਦਾ ਏ। ਤੇ ਗੁਰੂ ਕਦੇ ਵੀ ਇਹੋ ਜਿਹੇ ਪਾਸੇ ਕਦਮ ਜੀਵਨ ਦੇ ਜਾਣ ਹੀ ਨਹੀਂ ਦਿੰਦਾ ਕਿ ਜਿੱਥੇ ਜਾਣ ਦੇ ਨਾਲ ਸਿੱਖ ਗੁਨਾਹਗਾਰ ਬਣ ਜਾਏ। ਅਸੀਂ ਬੱਚੇ ਦਾ ਆਨੰਦ ਕਾਰਜ ਕਰਨਾ ਹੁੰਦਾ, ਪਹਿਲਾਂ ਹੁਕਮਨਾਮਾ ਲੈ ਕੇ ਕਿਉਂ ਤੁਰਦੇ ਆ? ਘਰ ਵਿੱਚ ਵਸਣਾ ਹੁੰਦਾ, ਨਵਾਂ ਘਰ ਬਣਾਉਣੇ, ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨ ਪਵਾ ਕੇ ਹੁਕਮਨਾਮਾ ਕਿਉਂ ਲਿਆ ਜਾਂਦਾ ਹੈ? ਉਹਦਾ ਰੀਜ਼ਨ ਇਹੀ ਹੈ, ਜਦੋਂ ਗੁਰੂ ਦੇ ਹੁਕਮ ਦੇ ਮੁਤਾਬਕ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ, ਉਹਦੇ ਵਿੱਚ ਹਰ ਕਦਮ ਤੇ ਗੁਰੂ ਨਾਲ ਖੜਾ ਹੁੰਦਾ, ਗੁਰੂ ਸਹਾਈ ਹੁੰਦਾ ਹੈ। ਗੁਰੂ ਜੀ ਨੂੰ ਪੁੱਛ ਲੈਂਦੇ ਆ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਕਰੋ ਉਸ ਨਾਲ ਸਾਂਝੀ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਸਦਾ, ਹਰ ਸਮੇਂ, ਜੀਵਨ ਦੇ ਹਰ ਕਦਮ ਤੇ ਨਾਲ ਖੜਾ ਹੋਵੇਗਾ, ਜਦੋਂ ਸਾਡੇ ਜੀਵਨ ਦਾ ਹਰ ਕਦਮ ਗੁਰੂ ਦੇ ਹੁਕਮ ਦੇ ਮੁਤਾਬਕ ਹੋਵੇਗਾ। ਆ ਪਿਛਲੇ ਦਿਨ ਇੱਥੇ ਆਨੰਦ ਕਾਰਜ ਹੋਇਆ ਇੱਕ, ਥੋੜੇ ਦਿਨ ਪਹਿਲਾਂ, ਗਾਇਕ ਹੈ ਮੁੰਡਾ ਪਰਮੇਸ਼ ਵਰਮਾ, ਤੇ ਉਹਦੇ ਆਨੰਦ ਕਾਰਜ ਤੇ ਮੈਨੂੰ ਵੀ ਲੈ ਕੇ ਵੀ ਤੁਸੀਂ 2 ਮਿੰਟ ਜ਼ਰੂਰ ਆਓ ਆਨੰਦ ਕਾਰਜ ਉੱਥੇ। ਮੈਂ ਕਿਹਾ ਠੀਕ ਹੈ। ਜਦੋਂ ਆਨੰਦ ਕਾਰਜ ਹੋਣ ਲੱਗਾ ਨਾ, ਲਾਵਾਂ ਦੇ ਪਾਠ ਕਰਨਾ ਸੀ, ਮੈਂ ਕਿਹਾ ਬੱਚੀ ਤੇ ਬੱਚਾ ਦੋਵੇਂ ਖੜੇ ਹੋ ਕੇ ਸੁਣੋ। ਉਹ ਸਾਰੇ ਮੇਰੇ ਵੱਲ ਦੇਖਣ, ਤੁਹਾਡੇ ਸ਼ਾਇਦ ਕੋਈ ਉੱਥੇ ਹੋਏਗਾ, ਉਹਨੂੰ ਪਤਾ ਹੋਵੇਗਾ ਉਹ ਆਨੰਦ ਕਾਰਜ ਵਿੱਚ ਜਦੋਂ ਮੈਂ ਉਹਨਾਂ ਨੂੰ ਖੜਿਆ ਕੀਤਾ। ਮੈਂ ਫਿਰ ਦੱਸਿਆ ਮੈਂ ਰੀਜ਼ਨ ਕੀ ਹੈ। ਸਿੱਖ ਰਹਿਤ ਮਰਿਆਦਾ ਵੀ ਪੜ੍ਹੋ, ਉਹਦੇ 'ਚ ਵੀ ਲਿਖਿਆ ਖੜੇ ਹੋ ਕੇ ਸੁਣਨਾ ਬੱਚੇ ਨੇ। ਉਹਦਾ ਕਾਰਨ ਹੈ ਕਿ ਜਦੋਂ ਬਾਦਸ਼ਾਹ ਜਾਂ ਰਾਜਾ ਜਾਂ ਜੱਜ ਕੋਈ ਹੁਕਮ ਦਿੰਦਾ ਹੈ, ਉਦੋਂ ਖੜੇ ਹੋ ਕੇ ਸੁਣਿਆ ਜਾਂਦਾ ਹੈ। ਕਿ ਜਦੋਂ ਕਿਸੇ ਦਾ ਕੇਸ ਚੱਲਦਾ ਹੋਵੇ ਅਦਾਲਤ ਵਿੱਚ, ਤੇ ਜੱਜ ਕੋਈ ਫੈਸਲਾ ਸੁਣਾ ਰਿਹਾ ਹੋਵੇ, ਤੇ ਕਟਹਿਰੇ ਵਿੱਚ ਜਿਹੜੇ ਖੜੇ ਹੁੰਦੇ ਉਹ ਕਦੇ ਬਹਿੰਦੇ ਨਹੀਂ, ਉਹ ਖੜੇ ਹੋ ਕੇ ਸੁਣਦੇ ਨੇ ਕੀ ਸਾਡੇ ਲਈ ਹੁਕਮ ਦਿੱਤਾ ਜਾ ਰਿਹਾ ਹੈ। ਬੱਚਾ ਖੜੇ ਹੋ ਕੇ ਸੁਣਨ। ਜਦੋਂ ਭਾਈ ਸਾਹਿਬ ਲਾਂ ਦੀ ਸਮਾਪਤੀ ਕਰਨ, ਉਹ ਮੱਥਾ ਟੇਕ ਕੇ ਪਰਿਕਰਮਾ ਕਰਨ, ਉਹਦਾ ਭਾਵ ਹੈ ਉਹ ਪ੍ਰਣ ਕਰ ਰਹੇ ਨੇ, ਗੁਰੂ ਜੀ ਆ ਜਿਹੜਾ ਹੁਕਮ ਤੁਹਾਡਾ ਸੁਣਿਆ ਹੈ, ਅਸੀਂ ਤੁਹਾਡੇ ਅੱਗੇ ਪ੍ਰਣ ਕਰਦੇ ਜਿਵੇਂ ਕਦਮ ਨਾਲ ਕਦਮ ਲਾ ਕੇ ਆ ਪਰਿਕਰਮਾ ਕਰ ਰਹੇ, ਸਾਰੀ ਜ਼ਿੰਦਗੀ ਇਸ ਹੁਕਮ ਦੇ ਮੁਤਾਬਕ ਹੀ ਕਦਮ ਨਾਲ ਕਦਮ ਲਾ ਕੇ ਅਸੀਂ ਦੋਵੇਂ ਜੀ ਚੱਲਾਂਗੇ। 4 ਲਾਵਾਂ, 4 ਹੁਕਮ, ਖੜੇ ਹੋ ਕੇ ਸੁਣਨੇ ਬੱਚੇ ਨੇ। ਪਹਿਲਾਂ ਮੇਰਾ ਵੀ ਜਦੋਂ ਅਸੀਂ ਵੀ ਵਿਆਹ ਸਾਡੇ ਬੈਠਿਆਂ ਨੂੰ ਉਹਨਾਂ ਨੇ ਸੁਣਾਏ ਸੀ, ਪਰ ਜਦੋਂ ਪੜ੍ਹਿਆ ਪਤਾ ਲੱਗਾ, ਅੱਖਾਂ ਖੁੱਲੀਆਂ, ਨਹੀਂ ਗੁਰਮਤ ਦਾ ਫਲਸਫਾ ਤੇ ਆ ਹੈ। ਤੇ ਅਖੀਰਲੀ ਲਾਮ ਕਹਿੰਦੀ ਹੈ, ਜੇ 4 ਹੁਕਮ ਤੁਸੀਂ ਗੁਰੂ ਦੇ ਕਦਮ ਨਾਲ ਕਦਮ ਲਾ ਕੇ ਨਿਭਾਉਂਦੇ ਹੋ, ਤੁਸੀਂ ਇਹ ਸਮਝ ਲੈਣਾ ਅਸੀਂ ਰੱਬ ਨੂੰ ਪਾ ਲਿਆ। ਚੌਥੀ ਲਾਮ ਵਿੱਚ ਪਰਮਾਤਮਾ ਦੀ ਪ੍ਰਾਪਤੀ ਦਾ ਹੀ ਜ਼ਿਕਰ ਹੈ। ਰੱਬ ਨੂੰ ਰੱਬ ਕੋਈ 7ਵੇਂ ਆਕਾਸ਼ ਵਿੱਚ ਥੋੜੀ ਹੈ, ਰੱਬ ਕਿਸੇ ਵਿਸ਼ੇਸ਼ ਜਗ੍ਹਾ ਤੇ ਥੋੜੀ ਬੈਠਾ ਹੈ। ਉਦੋਂ ਸਮਝ ਲਓ ਅਸੀਂ ਦੋਨਾਂ ਨੇ ਇੱਕ ਦੂਜੇ ਦੇ ਵਿੱਚੋਂ ਰੱਬ ਨੂੰ ਪਾ ਲਿਆ। ਔਰ ਇਹੀ ਖੂਬਸੂਰਤੀ ਹੈ ਸਿੱਖੀਜ਼ਮ ਦੀ। ਮਾਣ ਕਰਨਾ ਚਾਹੀਦਾ ਸਾਡੀਆਂ ਭੈਣਾਂ ਧੀਆਂ, ਸਾਡੇ ਵੀਰਾਂ ਭਰਾਵਾਂ ਨੂੰ ਵੀ। ਇੱਥੇ ਬਾਕੀ ਦੁਨੀਆ ਦੇ ਜਿੰਨੇ ਧਰਮ ਮਜ਼ਹਬ ਨੇ, ਸਭਨਾਂ ਵਿੱਚ ਵਿਆਹ ਦੀ ਵਿਧੀ ਹੈ, ਉਹਦੇ ਬਰਾਬਰ ਤਲਾਕ ਦੀ ਵਿਧੀ ਵੀ ਲਿਖੀ ਹੋਈ ਹੈ। ਸਿੱਖੀਜ਼ਮ ਇੱਕ ਐਸਾ ਹੈ ਜਿੱਥੇ ਆਨੰਦ ਕਾਰਜ ਦੀ ਮਰਿਆਦਾ ਲਿਖੀ ਹੈ, ਪਰ ਤਲਾਕ ਦਾ ਸ਼ਬਦ ਵੀ ਨਹੀਂ ਲਿਖਿਆ। ਕਿਉਂਕਿ ਜਿਹੜਾ ਰਿਸ਼ਤਾ ਗੁਰੂ ਦੇ ਹੁਕਮ ਦੇ ਮੁਤਾਬਕ ਚੱਲ ਰਿਹਾ ਹੋਵੇ ਨਾ, ਗੁਰੂ ਹਰ ਕਦਮ ਤੇ ਨਾਲ ਹੁੰਦਾ ਹੈ ਤੇ ਉਸ ਰਿਸ਼ਤੇ ਨੂੰ ਟੁੱਟਣ ਨਹੀਂ ਦਿੰਦਾ। ਗੁਰੂ ਜ਼ਿੰਮੇਵਾਰ ਹੁੰਦਾ, ਗੁਰੂ ਦੀ ਗਵਾਹੀ ਹੁੰਦੀ ਉਹਦੇ ਵਿੱਚ, ਗੁਰੂ ਦੀ ਜਾਮਣੀ ਹੁੰਦੀ ਹੈ। ਗੁਰੂ ਕਦੇ ਆਪਣੀ ਗਵਾਹੀ ਝੂਠੀ ਨਹੀਂ ਪੈਣ ਦੇਵੇਗਾ। ਗੁਰੂ ਰਹਿਮਤ ਕਰੇ, ਸਵੇਰੇ ਉੱਠ ਕੇ ਸਿੱਖ ਗੁਰਦੁਆਰਾ ਸਾਹਿਬ ਆਉਂਦਾ ਹੈ, ਮੱਥਾ ਟੇਕਦਾ, ਥੱਲੇ ਹੁਕਮਨਾਮਾ ਭਾਈ ਸਾਹਿਬ ਹੋਰਾਂ ਜਿਹੜਾ ਸਕਰੀਨ ਦੇ ਉੱਤੇ ਲਿਖਿਆ ਹੁੰਦਾ ਹੈ, ਉਹਦਾ ਭਾਵ ਕੀ ਹੁੰਦਾ ਹੈ? ਉਹ ਗੁਰੂ ਦੇ ਦਰ ਤੇ ਮੱਥਾ ਟੇਕਣ ਵਾਲੇ ਸਿੱਖਾ, ਇਹਨੂੰ ਪੜ੍ਹ, ਇਹਦੇ ਮੁਤਾਬਕ ਚੱਲੀ, ਸਾਰਾ ਦਿਨ ਤੇਰਾ ਗੁਰੂ ਹਰ ਕਦਮ ਤੇ ਤੇਰੇ ਨਾਲ ਹੋਵੇਗਾ। ਤੇ ਜਦੋਂ ਗੁਰੂ ਨਾਲ ਹੋਵੇ, ਗੁਰੂ ਵੱਲ ਹੋਵੇ, ਆਓ ਫਿਰ ਪੁੱਛੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਫਿਰ ਕੀ ਹੁੰਦਾ ਹੈ? ਗੁਰੂ ਜੀ ਕਹਿੰਦੇ, ਜਾਮ ਗੁਰੂ ਹੋਏ ਵੱਲ, ਲੱਖ ਬਾਹੇ ਕਿਆ ਕੀਜੇ,
जे गुरु वल होवे, गुरु नाल होवे, वल दा अर्थ हुंदा नाल। जे गुरु साडे नाल हुंदा है उदों दुश्मन दियां लखां बाहां भी होण कुछ नहीं साडा विगाड़ सकदियां। गुरु मेरे नाल, गुर मेरे संग सदा है नाल। ये विश्वास, ये भरोसा बना के रखियो। जे गुरु दे हुक्म दे मुताबिक जिंदगी जी रहे हैं, जेड़ा कारज भी गुरु दे हुक्म दे मुताबिक असीं कर रहे हैं, उस कारज दे विच गुरु जवाबदेह हुंदा है, क्योंकि उहदे हुक्म दे मुताबिक असीं चल रहे हैं। गुरु रहमत करे। खैर, मैं प्रकरण वाले पासे आवां। हुण जिन्ने भी उत्थे कैदी ने, जिन्हां नूं ग्वालियर विच कैद कीता कि जिउंदे कदे बाहर नहीं निकल सकदे, इन्हां दियां शक्लां इन्हां दे परिवार नहीं देख सकदे, इन्हां दे रिश्तेदार साक संबंधी जिउंदियां नूं कदे देख ही नहीं सकदे, उन्हां ने भी जदों गुरु दी संगत कीती उस किले दे अंदर, मेरे गुरु हरगोबिंद साहब सच्चे पातशाह जी ने उन्हां नूं भी नाल अपने किले चों बाहर कढिया, बंद खलासी करवाई। ये दीवे जगाउण दा भाव की है? बंदी छोड़ दिवस है की? गुरसिखो, जदों असीं गुरु दी संगत करदे हां, जदों गुरु दे दरबार दी हाज़री भरदे हां, जदों गुरु दे नाल असीं जुड़े हुंदे हां, याद रखियो गुरु फिर अपने नाल लड़ दे नाल ला के बंद खलासी करवाउंदा जे। गुरु फिर कदे भी किसी बंधन दे विच बज्झण नहीं देंदा। मौत वर्गी जिहड़ी भैड़ी सजा हुंदी है, गुरु उहदे चों भी बाहर कढ लैंदा। मौत वर्गी भैड़ी सजा की? जिंदगी दे ओ दुख जिहड़े जिउंदे जी इंसान दा साथ नहीं छड्डदे। आपां कह दिंदे ते मरण दे नाल ही खत्म होणगे। जदों गुरु दे नाल साडा संबंध जुड़ जांदा है, साडे जीवन दी सांझ गुरु दे नाल पै जांदी है, संगत करदे हां जदों असीं गुरु दी, ਉਹ दुख, ਉਹ कलेश, ਉਹ ਬਿਮਾਰੀਆਂ, ਉਹਨਾਂ ਬੰਧਨਾਂ ਤੋਂ ਵੀ ਗੁਰੂ ਸਾਨੂੰ ਮੁਕਤ ਕਰ ਦਿੰਦਾ ਜੇ, ਆਜ਼ਾਦ ਕਰਵਾ ਦਿੰਦਾ ਜੀ। ਇਹੀ ਇਤਿਹਾਸ ਬੰਦੀ ਛੋੜ ਦਿਵਸ ਦਾ। ਜਿੰਨੇ ਉੱਥੇ ਕੈਦ ਵਿੱਚ ਨੇ ਰਾਜੇ, ਜਿੰਨੇ ਵੀ ਕੈਦ ਵਿੱਚ ਨੇ ਉੱਥੇ ਹੋਰ ਵੀ ਜਿਹੜੇ ਹੋਣਗੇ ਜਿਨ੍ਹਾਂ ਨੂੰ ਪੂਰਾ ਜੀਵਨ ਉੱਥੇ ਆਖਰੀ ਸਵਾਸ ਵੀ ਉਹਦੇ ਅੰਦਰ ਹੀ ਜਿਨ੍ਹਾਂ ਨੇ ਆਪਣਾ ਖਤਮ ਕਰਨਾ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਵਿੱਚ ਆ ਗਏ, गुरु साहब जी ने पहला बचन रखिया, उदों बाहर निकलांगे जदों जिन्ने साडे नाल इत्थे जुड़े हुए ने ये भी साडे नाल बाहर जाणगे। मैं ग्वालियर किला देखिया, उत्थे स्थान है गुरु साहब जी का, उत्थे लिखिया कहंदे एक भी कैदी नहीं गुरु साहब जी ने अंदर रहण दिता। एक भी की हुंदा? वो तो इत्थों तक भी दसदे ने, चलो आपां इहदे चों भी सार तत्त लै लैंदे आ भी ਜਿਹੜਾ ਚੋਲਾ ਪਾਇਆ ਸੀ, ਕਲੀਆਂ ਸਾਰਿਆਂ ਫੜ ਲਈਆਂ ਤੇ 2 ਬਚ ਗਏ। ਗੁਰੂ ਸਾਹਿਬ ਜੀ ਨੇ ਪੱਲੇ ਦੇ ਲੜ ਫੜਾ ਦਿੱਤੇ ਵੀ ਨਹੀਂ, ਗੁਰੂ ਕਿਸੇ ਨੂੰ ਛੱਡ ਕੇ ਨਹੀਂ ਜਾਵੇਗਾ। ਇਹ ਗੁਰੂ ਦੀ ਖੂਬੀ ਹੈ, ਉਹ ਕਿਸੇ ਨੂੰ ਇਕੱਲਿਆਂ ਛੱਡ ਕੇ ਨਹੀਂ ਜਾਵੇਗਾ, ਸਭ ਨੂੰ ਨਾਲ ਲੈ ਕੇ ਜਾਵੇਗਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਹਰ ਆਉਂਦੇ ਨੇ, ਜਦੋਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ, ਸਿੱਖਾਂ ਨੇ ਫਿਰ ਖੁਸ਼ੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਆਉਣ ਦਾ ਜਿਹੜਾ ਸੀ ਉਹ ਉਤਸਵ ਮਨਾਇਆ। ਅੱਜ ਗੁਰੂ ਦਰਬਾਰ ਦੇ ਵਿੱਚ ਸਜਿਆ, ਸ਼ਸ਼ੋਭਤ ਹੋਇਆ। ਅੱਜ ਗੁਰੂ ਸਾਹਿਬ ਜੀ ਦੀ ਦੁਬਾਰਾ ਸੰਗਤ ਕਰਨੀ ਸਾਨੂੰ ਨਸੀਬ ਹੋਈ ਹੈ। ਇਹ ਖੁਸ਼ੀ ਦਾ ਉਤਸਵ ਹੈ। ਉਹਨੂੰ ਕਹਿੰਦੇ ਆਪਾਂ ਉਹ ਦਿਨ ਮਨਾਇਆ ਬੰਦੀ ਛੋੜ ਦਿਵਸ। ਇਹਦੇ ਨਾਲ ਇੱਕ ਦਿਹਾੜਾ ਹੋਰ ਜੁੜਿਆ ਹੈ ਬੰਦੀ ਛੋੜ ਦਿਵਸ ਨਾਲ ਹੀ। ਸਿੱਖ ਪੰਥ ਦੇ ਵਿੱਚ 2 ਦਿਨ ਬੜੇ ਅਹਿਮ ਮੰਨੇ ਗਏ। ਇੱਕ ਵਿਸਾਖੀ, ਜਦੋਂ ਖਾਲਸਾ ਪੰਥ ਦੀ ਆਪਾਂ ਜ਼ਿਕਰ ਕਰਦੇ ਹਾਂ, ਦੂਜਾ ਹੈ ਬੰਦੀ ਛੋੜ ਦਿਵਸ। ਇਹਨਾਂ ਦੇ ਵਿੱਚ 6 ਮਹੀਨੇ ਦਾ ਗੈਪ ਹੈ। ਮੈਂ ਇਹਨਾਂ ਨੂੰ ਇੰਜ ਮਹਿਸੂਸ ਕਰਦਾ ਕਿ ਇੱਕ ਰੁੱਤ ਬੜੀ ਸੁਹਾਵਣੀ ਹੁੰਦੀ ਹੈ। ਇਹ 2 ਦਿਨ ਐਸੇ ਸਾਲ ਵਿੱਚ ਮੁਕਰਰ ਕੀਤੇ ਗਏ ਕਿ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੈ ਉਹ ਇਕੱਠੇ ਹੋਵੋ, ਜਿਹਨੂੰ ਸਰਬੱਤ ਖਾਲਸਾ ਕਹਿੰਦੇ ਆਪਾਂ। ਉਹ ਜਦੋਂ ਇਕੱਠੇ ਹੋਣਗੇ, ਕੀ ਸਾਡੇ ਵਿੱਚ ਕਿਸ ਤਰ੍ਹਾਂ ਦੀਆਂ ਕ੍ਰਿਤੀਆਂ ਆਈਆਂ ਨੇ ਜਾਂ ਕਿਹੜੀ ਚੀਜ਼ ਜਿਹੜੀ ਆ ਉਹ ਸਾਡੇ 'ਚ ਪੰਥ ਦੇ ਵਿੱਚ ਹੋਰ ਐਡ ਕਰਨੀ ਚਾਹੀਦੀ, ਉਹਦੇ ਤੇ ਗੁਰਮਤੇ ਹੋਣਗੇ। ਹਾਲਾਤ ਇਹੋ ਜਿਹੇ ਬਣ ਗਏ ਗੁਰੂ ਸਾਹਿਬ ਜੀ ਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਾਣ ਤੋਂ ਬਾਅਦ, ਕਿ ਜਦੋਂ ਧੜਿਆਂ ਦੇ ਵਿੱਚ, ਗਰੁੱਪਾਂ ਦੇ ਵਿੱਚ ਸਿੱਖ ਵੰਡੇ ਗਏ। ਕੋਈ ਬੰਦਈ ਖਾਲਸਾ, ਕੋਈ ਤੱਤ ਖਾਲਸਾ, ਕੋਈ ਕਿਸੇ ਤਰ੍ਹਾਂ ਦਾ ਗਰੁੱਪ, ਕੋਈ ਕਿਸੇ ਤਰ੍ਹਾਂ ਦਾ ਗਰੁੱਪ, ਫੁੱਟ ਜਿਹਨੂੰ ਕਹਿੰਦੇ ਨੇ ਆਪਣੀ ਪੈਕੀ। ਮੌਜੂਦਾ ਸਮੇਂ ਦੇ ਹਾਲਾਤ ਹੀ ਸਮਝ ਲਓ। ਬੜੀ ਪਿਆਰੀ ਸ਼ਖਸੀਅਤ ਗੁਰੂ ਸਾਹਿਬ ਜੀ ਦੇ
ਵੱਲੋਂ ਵਰਸਾਈ ਹੋਈ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਬੰਦ ਕੱਟਿਆ। ਸਾਨੂੰ ਤੇ ਬਾਬਿਆਂ ਕਹਾਣੀਆਂ ਸੁਣਾ ਛੱਡੀਆਂ, ਉਹਨਾਂ ਨੇ ਜੀ ਗੁਰਬਾਣੀ ਦੇ ਗੁਟਕੇ ਬਣਾਏ ਸੀ ਤਾਂ ਬੰਦ ਕੱਟਿਆ। ਕਈ ਥਾਵਾਂ ਲਿਖ ਵੀ ਦਿੱਤੀਆਂ ਸਾਖੀਆਂ, ਕਿਤੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਦੇ ਬੰਦ ਕੱਟੇ ਜਾ ਸਕਦੇ ਆ, ਕਿਤੇ ਅੱਖਾਂ ਖੋਲੀਏ। ਖੇਡ ਕੀ ਸੀ? ਉਹਨਾਂ ਜਦੋਂ ਹਾਲਾਤ ਦੇਖੇ, ਮਹਿਸੂਸ ਕੀਤਾ ਪੰਥ ਵਿੱਚ ਏਕਤਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਸਾਰਿਆਂ ਨੂੰ ਸੰਦੇਸ਼ੇ ਭੇਜ ਦਿੱਤੇ, ਐਤਕੀ ਬੰਦੀ ਛੋੜ ਦਿਵਸ ਤੇ ਸਾਰਿਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਠੇ ਹੋਣਾ। ਪਰ ਰਾਜ ਜਿਹੜਾ ਹੈ ਉਹ ਮੁਗਲਾਂ ਦਾ ਹੈ। ਹੁਣ ਇੰਨਾ ਵੱਡਾ ਇਕੱਠ ਕਰਨਾ ਹੈ ਤੇ ਕੋਈ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਕਰਕੇ ਉਹਨਾਂ ਨਾਲ ਗੱਲ ਕਰਨੀ ਜ਼ਰੂਰੀ ਹੈ। ਜਦੋਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਸ਼ਰਤ ਰੱਖੀ ਕਿ ਤੁਹਾਡੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਅਸੀਂ, ਨਾ ਤੁਹਾਡੇ ਤੇ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਵੇਗੀ, ਤੁਸੀਂ ਇੰਨੀ ਮਾਇਆ ਸਾਡੇ ਖਜ਼ਾਨੇ 'ਚ ਜਮ੍ਹਾਂ ਕਰਾ ਦਿਓ। ਭਾਈ ਸਾਹਿਬ ਨੇ ਮਹਿਸੂਸ ਕੀਤਾ ਜੇ ਪੰਥ 'ਚ ਏਕਤਾ ਹੁੰਦੀ ਹੈ, ਇਹ ਤੋਂ ਵੱਡਾ ਹੋਰ ਕੀ ਹੁੰਦਾ ਹੈ। ਚਲ ਕੋਈ ਗੱਲ ਨਹੀਂ, ਸੰਗਤਾਂ ਆਉਣੀਆਂ ਨੇ, ਜਿਹੜੀ ਕੋਈ ਥੋੜੀ ਬਹੁਤੀ ਹੋਵੇਗੀ ਮਾਇਆ ਉਹ ਇਹਨਾਂ ਨੂੰ ਦੇ ਦਿਆਂਗੇ, ਪਰ ਸਾਡਾ ਮਕਸਦ ਤੇ ਪੂਰਾ ਹੋ ਜਾਏਗਾ ਨਾ, ਪੰਥ ਤੇ ਇਕੱਠਾ ਹੋ ਜਾਏਗਾ। ਜਦੋਂ ਇਸ ਤਰ੍ਹਾਂ ਸੰਦੇਸ਼ੇ ਪਹੁੰਚੇ, ਗੁਰਸਿੱਖਾਂ ਨੇ ਤਿਆਰੀਆਂ ਕਰ ਲਈਆਂ, ਵਹੀਰਾਂ ਘੱਤਣ ਦੀਆਂ ਰਿਪੋਰਟਾਂ ਮਿਲ ਗਈਆਂ ਸਰਕਾਰ ਨੂੰ ਵੀ ਕਿ ਬਹੁਤ ਵੱਡਾ ਇਕੱਠ ਹੋ ਰਿਹਾ ਹੈ। ਸਰਕਾਰ ਦੀ ਨੀਅਤ 'ਚ ਖੋਟ ਆ ਗਈ। ਇੰਨਾ ਵੱਡਾ ਇਕੱਠ ਅਸੀਂ ਤੇ ਇਸ ਤਰ੍ਹਾਂ ਤੇ ਕੱਲਾ ਸਿੱਖ ਲੱਭ ਕੇ ਮਾਰਦੇ ਪਏ ਆ। ਜਦੋਂ ਸਾਰੇ ਇਕੱਠੇ ਹੋਣਗੇ, ਇੱਕੋ ਵਾਰ ਹਮਲਾ ਬੋਲ ਕੇ ਇਹਨਾਂ ਨੂੰ ਖਤਮ ਕਰ ਦਿਆਂਗੇ। ਸਰਕਾਰਾਂ ਦੀ ਨੀਅਤ ਇਹੀ ਹੁੰਦੀ ਹੈ। 1984 ਜੂਨ ਵਿੱਚ ਵੀ ਜਦੋਂ ਅਟੈਕ ਕੀਤਾ ਸੀ, ਉਹਦਾ ਵੀ ਕਾਰਨ ਇਹੀ ਸੀ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਸੀ। ਉਦੋਂ ਇਕੱਲੇ ਦਰਬਾਰ ਸਾਹਿਬ ਤੇ ਅਟੈਕ ਨਹੀਂ ਸੀ ਹੋਇਆ, ਨਾਲ 36 ਹੋਰ ਗੁਰਦੁਆਰੇ, ਉਹ ਸਾਰੇ ਗੁਰਦੁਆਰੇ ਸਾਹਿਬ ਉਹ ਸੀ ਜਿੱਥੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਵੱਧ ਤੋਂ ਵੱਧ ਗੁਰਸਿੱਖ ਇਕੱਠੇ ਹੋਏ ਹੋਣਗੇ, ਸ਼ਹੀਦੀ ਦਿਹਾੜਾ ਗੁਰੂ ਅਰਜਨ ਸਾਹਿਬ ਦਾ ਮਨਾ ਰਹੇ ਹੋਣਗੇ, ਉਸ ਟਾਈਮ ਦੇ ਉੱਤੇ ਅਸੀਂ ਹਮਲਾ ਬੋਲਾਂਗੇ, ਵੱਧ ਤੋਂ ਵੱਧ ਨੁਕਸਾਨ ਕਰਾਂਗੇ। ਹੁਣ ਇਹ ਜਿਹੜੀ ਸੀ ਗੱਲ, ਭਾਈ ਸਾਹਿਬ ਭਾਈ ਮਨੀ ਸਿੰਘ ਨੂੰ ਪਤਾ ਲੱਗ ਗਈ ਕਿ ਦੁਸ਼ਮਣ ਨੇ ਚੁਫੇਰੇ ਫੌਜਾਂ ਤਾਰ ਦਿੱਤੀਆਂ ਨੇ। ਜਿਸ ਦਿਨ ਬੰਦੀ ਛੋੜ ਦਿਵਸ ਵਾਲੇ ਦਿਨ ਇੱਥੇ ਸਿੱਖ ਇਕੱਠੇ ਹੋਣੇ, ਨਾ ਹਮਲਾ ਬੋਲ ਦੇਣਾ। ਭਾਈ ਸਾਹਿਬ ਜੀ ਹੋਰਾਂ ਸੁਨੇਹੇ ਭੇਜ ਦਿੱਤੇ ਸਾਰਿਆਂ ਨੂੰ, ਕੋਈ ਦਰਬਾਰ ਸਾਹਿਬ ਵਾਲੇ ਪਾਸੇ ਨਾ ਆਵੇ ਬੰਦੀ ਛੋੜ ਦਿਵਸ ਤੇ, ਸਰਕਾਰ ਦੀ ਨੀਅਤ ਵਿੱਚ ਖੋਟ ਹੈ। ਗੁਰਸਿੱਖ ਨਾ ਆਏ। ਜਦੋਂ ਨਾ ਆਏ, ਸਰਕਾਰ ਦੇ ਮਨਸੂਬੇ ਜਿਹੜੇ ਸੀ ਉਹ ਫੇਲ ਹੋ ਗਏ। ਹੁਣ ਉਹਨਾਂ ਨੂੰ ਅੱਗ ਲੱਗ ਗਈ ਕਿ ਅਸੀਂ ਤੇ ਤਿਆਰੀਆਂ ਕਰਕੇ ਬੈਠੇ ਸੀ ਵੀ ਇੱਥੇ ਤੇ ਜਿੰਨੇ ਵੀ ਹਜ਼ਾਰਾਂ ਦੀ ਗਿਣਤੀ ਸਿੱਖ ਹੋਣਗੇ ਅਸੀਂ ਇਕੱਠੇ ਮਾਰ ਦੇਣੇ ਆ, ਇਹ ਤੇ ਫੇਲ ਹੋ ਗਈ ਸਾਡੀ ਪਲੈਨਿੰਗ। ਉਹਨਾਂ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ। ਉਹਨਾਂ ਨੂੰ ਕਿਹਾ ਕਿ ਜਿਹੜਾ ਤੁਹਾਨੂੰ ਕਿਹਾ ਸੀ ਪੈਸਾ ਉਹ ਜਮ੍ਹਾਂ ਕਰਾਓ। ਭਾਈ ਸਾਹਿਬ ਕਹਿੰਦੇ ਜਦੋਂ ਤੁਹਾਡੀ ਨੀਅਤ 'ਚ ਖੋਟ ਆ ਗਈ, ਸਿੱਖ ਆਏ ਨਹੀਂ, ਕਿੱਥੋਂ ਜਮ੍ਹਾਂ ਕਰਾਉਣੇ ਆ? ਪੈਸਾ ਤੇ ਬਹਾਨਾ ਸੀ, ਅਸਲ ਵਿੱਚ ਤੇ ਗੁੱਸਾ ਇਸ ਗੱਲ ਦਾ ਸੀ ਕਿ ਜੋ ਅਸੀਂ ਨੁਕਸਾਨ ਕਰਨਾ ਸੀ ਸਿੱਖਾਂ ਦਾ ਕਰ ਨਹੀਂ ਸਕੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਇਸੇ ਬੰਦੀ ਛੋੜ ਦਿਵਸ ਨੂੰ ਹੀ ਦਿਹਾੜਾ ਸੀ, ਜਿਹਦੇ ਕਰਕੇ ਜਦੋਂ ਲਾਹੌਰ ਦੇ ਚੌਂਕ ਦੇ ਵਿੱਚ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ, ਉਹ ਦਿਨ ਵੀ ਇਸੇ ਨਾਲ ਜੁੜਦਾ ਹੈ। ਆਓ ਹੁਣ ਆਪਾਂ ਸ਼ਬਦ ਦੀ ਇੱਕ ਦੀ ਵਿਚਾਰ ਜ਼ਰੂਰ ਕਰੀ, ਜਿਹੜਾ ਬੇਸ ਹੈ ਸਾਡਾ। ਦੀਵੇ ਦੀ ਮੈਂ ਜ਼ਿਕਰ ਕੀਤਾ, ਦੀਪਮਾਲਾ ਕਰਦੇ ਆ। ਦੀਵਾ ਜਗਾਉਣ ਦਾ ਇੱਕ ਪ੍ਰਤੀਕ ਹੁੰਦਾ ਹੈ। ਦੀਵੇ ਦਾ ਅਰਥ ਹੁੰਦਾ ਖੁਸ਼ੀਆਂ ਤੇ ਵਸਦੇ ਘਰਾਂ ਦੀ ਨਿਸ਼ਾਨੀ। ਪੁਰਾਣੇ ਸਮੇਂ 'ਚ ਪਤਾ ਕੀ ਹੁੰਦਾ ਸੀ, ਖਾਸ ਕਰਕੇ ਮੈਂ ਇਤਿਹਾਸ ਦਾ ਇੱਕ ਪੰਨਾ ਪੜ੍ਹਿਆ, ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਸੀ ਨਾ, ਸਰਹੰਦ ਦੀ ਧਰਤੀ ਤੇ ਕਿਸੇ ਨੇ ਅੱਗ ਨਹੀਂ ਸੀ ਬਾਲੀ। ਰਾਤ ਕਿਸੇ ਨੇ ਅੱਗ ਨਹੀਂ ਸੀ ਬਾਲੀ। ਕਿਉਂ ਨਹੀਂ ਸੀ ਬਾਲੀ? ਕਿ ਲੋਕਾਂ ਨੂੰ ਪਤਾ ਸੀ ਬਹੁਤ ਵੱਡਾ ਕਹਿਰ ਗੁਜ਼ਰਿਆ, ਇਸ ਕਰਕੇ ਲਾਈਟ ਨਹੀਂ ਜਗਾਉਣੀ, ਅੱਗ ਨਹੀਂ ਬਾਲਣੀ। ਕਿਸੇ ਦੇ ਘਰ ਵਿੱਚ ਜਦੋਂ ਕਿਤੇ ਡੈਥ ਹੋ ਜਾਂਦੀ ਸੀ, ਮੌਤ ਹੋ ਜਾਂਦੀ ਸੀ, ਕਿਹਾ ਜਾਂਦਾ ਸੀ ਅੱਜ ਕੋਈ ਦੀਵਾ ਨਾ ਜਗਾਏ, ਇਸ ਘਰ ਦਾ ਦੀਵਾ ਗੁੱਲ ਹੋ ਗਿਆ। ਜਗਦੇ ਦੀਵੇ ਦਾ ਅਰਥ ਹੁੰਦਾ ਹੈ ਵਸਦਾ ਘਰ ਹੈ, ਜਿਉਂਦਿਆਂ ਦਾ ਘਰ ਹੈ, ਖੁਸ਼ੀਆਂ ਦਾ ਮਾਹੌਲ ਹੈ, ਪ੍ਰਕਾਸ਼। ਗੁਰਬਾਣੀ ਵਿੱਚ ਇਸੇ ਕਰਕੇ ਤੇ ਪ੍ਰਕਾਸ਼ ਨੂੰ ਤਰਜੀਹ ਦਿੱਤੀ ਹੈ। ਜਿੱਥੇ ਅੰਧੇਰੇ ਦੀ ਗੱਲ ਉੱਥੇ ਵਿਕਾਰਾਂ ਦੀ ਗੱਲ ਕੀਤੀ ਹੈ, ਜਿੱਥੇ ਪ੍ਰਕਾਸ਼ ਦੀ ਗੱਲ ਉੱਥੇ ਗੁਰੂ ਦੀ ਗੱਲ ਕੀਤੀ ਹੈ, ਉੱਥੇ ਸ਼ਬਦ ਦੀ ਗੱਲ ਕੀਤੀ ਹੈ, ਗੁਰਬਾਣੀ ਦੀ ਗੱਲ ਕੀਤੀ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ, ਗੁਰਬਾਣੀ ਇਸ ਜਗ ਮੈਂ ਚਾਨਣ।
ਪ੍ਰਕਾਸ਼ ਦੀ ਗੱਲ ਕੀਤੀ ਹੈ। ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ, ਪ੍ਰਕਾਸ਼ ਦੀ ਗੱਲ ਕੀਤੀ ਹੈ। ਪ੍ਰਕਾਸ਼ ਖੁਸ਼ੀਆਂ ਦਾ ਪ੍ਰਤੀਕ ਹੈ, ਵਸਦੇ ਘਰਾਂ ਦੀ ਨਿਸ਼ਾਨੀ ਹੈ। ਮੈਂ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਸੁਣ ਰਿਹਾ ਸੀ ਇੱਕ ਦਿਨ। ਉਹਨਾਂ ਨੇ ਇੱਕ ਜ਼ਿਕਰ ਕੀਤਾ, ਉਸ ਸਮੇਂ ਮੈਂ ਦਿੱਲੀ ਰਹਿੰਦਾ ਹੁੰਦਾ ਸੀ, ਮੈਂ TV ਤੋਂ ਉਹਨਾਂ ਦੀ ਕਥਾ ਸੁਣੀ, ਕਿਉਂਕਿ ਉਹਨਾਂ ਦੀ ਰਿਕਾਰਡਿੰਗ ਜਿਹੜੀ ਹੈ ਨਾ ਚੱਲ ਰਹੀ ਹੈ ਅਜੇ ਵੀ। ਉਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਕਿਤੇ ਔਰੰਗਾਬਾਦ ਗਏ, ਜਿੱਥੇ ਔਰੰਗਜ਼ੇਬ ਨੂੰ ਉਹਦੀ ਕਬਰ ਹੈ। ਕਹਿੰਦੇ ਜਦੋਂ ਮੈਂ ਉਸ ਕਬਰ 'ਤੇ ਗਿਆ ਨਾ, ਤੇ ਖੜਾ ਮੈਂ ਦੇਖ ਰਿਹਾ ਸੀ, ਉਹਦੇ ਲਾਗੇ ਬੰਨੇ ਕੋਈ ਰੁੱਖ ਬੂਟਾ ਨਹੀਂ ਹੈ, ਰੜੇ ਵਿੱਚ ਹੈ ਕਬਰ, ਕੋਈ ਛਾਂ ਨਹੀਂ ਉੱਥੇ ਪੈਂਦੀ। ਇਸਲਾਮ ਵਿੱਚ ਮੰਨਿਆ ਜਾਂਦਾ ਹੈ ਕਿ ਜਿਹੜਾ ਸੇਕ ਹੈ ਜਾਂ ਜਿਹਨੂੰ ਅੱਗ ਪੈਂਦੀ ਹੈ ਵੀ ਉਹ ਦੋਜ਼ਖ ਦੀ ਅੱਗ ਹੈ, ਉਹ ਨਾਪਾਕ ਮੰਨਦੇ ਆ, ਇਸੇ ਕਰਕੇ ਸੰਸਕਾਰ ਨਹੀਂ ਕਰਦੇ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਜਿੱਥੇ ਕਬਰ ਹੋਵੇ ਉੱਥੇ ਬੂਟਾ ਜ਼ਰੂਰ ਹੋਵੇ, ਠੰਡੀ ਛਾਂ ਰਹਿਣੀ ਚਾਹੀਦੀ। ਉਹਨਾਂ ਦੀ ਖੈਰ ਆਪਣੀ ਮਨੌਤ ਹੈ, ਪਰ ਔਰੰਗਜ਼ੇਬ ਦਾ ਇਹ ਮਰਨ ਵੇਲੇ ਦਾ ਸੀ ਫੈਸਲਾ ਕਿ ਜਿੱਥੇ ਮੇਰੀ ਕਬਰ ਹੋਵੇ, ਜਿਹੋ ਜੇ ਮੈਂ ਗੁਨਾਹ ਕਰਕੇ ਚੱਲਿਆ, ਮੇਰੀ ਕਬਰ ਦੇ ਲਾਗੇ ਬੰਨੇ ਕੋਈ ਬੂਟਾ ਨਹੀਂ ਹੋਣਾ ਚਾਹੀਦਾ, ਹਰਿਆ ਬੂਟਾ ਨਹੀਂ ਚਾਹੀਦਾ। ਉੱਥੇ ਕੋਈ ਹਰਿਆ ਬੂਟਾ ਨਹੀਂ ਹੈ। ਤੇ ਮਸਕੀਨ ਜੀ ਕਹਿੰਦੇ ਜਦੋਂ ਮੈਂ ਜਾ ਕੇ ਦੇਖ ਰਿਹਾ ਸੀ ਨਾ ਕਬਰ ਵੱਲ, ਤੇ ਇੰਨੀ ਦੇਰ ਨੂੰ ਜਿਹੜਾ ਉੱਥੇ ਮਜੌਰ ਸੀ, ਉੱਥੋਂ ਦੀ ਸਾਂਭ ਸੰਭਾਲ ਕਰਨ ਵਾਲਾ, ਉਹਨੇ ਆ ਕੇ ਕਹਿੰਦੇ ਮੇਰੇ ਮੋਢੇ ਤੇ ਥੱਪ ਥਪਾਇਆ ਮੈਨੂੰ। ਕਹਿੰਦੇ ਮੈਂ ਉਹਦੇ ਵੱਲ ਵੇਖਿਆ, ਉਹ ਕਹਿਣ ਲੱਗਾ ਸਰਦਾਰ ਜੀ 25 ਪੈਸੇ ਦਿਓ। ਕਹਿੰਦੇ ਮੈਂ ਪੁੱਛਿਆ ਕੀ ਕਰਨੇ ਆ? ਕਹਿਣ ਲੱਗਾ ਜੀ 25 ਪੈਸੇ ਦਿਓ, ਮੈਂ ਇੱਥੇ ਦੀਵਾ ਜਗਾਉਣਾ, ਤੇਲ ਹੈ ਨਹੀਂ, ਸਰੋਂ ਦਾ ਤੇਲ ਲੈ ਆਵਾਂ। ਮਸਕੀਨ ਜੀ ਕਹਿੰਦੇ ਮੇਰੀ ਅੱਖਾਂ 'ਚ ਪਾਣੀ ਆ ਗਿਆ। ਇਹ ਜਿਹੜਾ ਗੁਰੂ ਨਾਨਕ ਦੇ ਘਰ ਦਾ ਦੀਵਾ ਬੁਝਾਉਣਾ ਚਾਹੁੰਦਾ ਸੀ, ਇਹਦੇ ਇੱਥੇ ਦੀਵਾ ਜਗਾਉਣ ਲਈ 25 ਪੈਸਿਆਂ ਵਾਸਤੇ ਭੀਖ ਮੰਗ ਰਹੇ ਨੇ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿੱਥੇ ਸ਼ਹੀਦ ਕੀਤਾ ਗਿਆ, ਦੇਸੀ ਘਿਓ ਦੇ ਦੀਵੇ ਜਗ ਰਹੇ। ਦੀਵਾ ਜਗਣਾ ਜਿਉਂਦਿਆਂ ਦੀ ਨਿਸ਼ਾਨੀ। ਇਹਦਾ ਮਤਲਬ ਇਹ ਨਾ ਸਮਝ ਲਿਓ ਕਿ ਮੈਂ ਦੀਵੇ ਜਿਹੜੇ ਜਗਾਉਣੇ ਕਰਮਕਾਂਡ ਉਹਨਾਂ ਵਾਲੇ ਪਾਸੇ ਤੁਹਾਨੂੰ ਪ੍ਰੇਰ ਰਿਹਾ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਇਹਦੇ 'ਚੋਂ ਤੱਤ ਲੈਣਾ। ਗੁਰੂ ਸਾਹਿਬ ਕਹਿੰਦੇ ਦੀਵਾ ਜਗਾ, ਦੀਵਾ ਬੁੱਝਣ ਨਾ ਦੇਵੀ। ਤੇਰੇ ਜੀਵਨ 'ਚ ਅੰਧੇਰਾ ਨਹੀਂ ਚਾਹੀਦਾ, ਤੇਰੇ ਜੀਵਨ ਵਿੱਚ ਪ੍ਰਕਾਸ਼ ਚਾਹੀਦਾ। ਜਿਸ ਦਿਨ ਜੀਵਨ ਵਿੱਚ ਅੰਧੇਰਾ ਆ ਗਿਆ, ਸਮਝ ਲੈਣਾ ਉਦੋਂ ਤੂੰ ਗੁਰੂ ਨਾਨਕ ਦੀ ਨਿਗਾਹ 'ਚੋਂ ਗਿਰ ਗਿਆ, ਉਦੋਂ ਤੂੰ ਰੱਬ ਦੇ ਦਰ ਤੋਂ ਧੱਕਿਆ ਗਿਆ। ਜਿੱਦਣ ਤੇਰੇ ਜੀਵਨ 'ਚ ਅੰਧੇਰਾ ਆ ਗਿਆ, ਜੀਵਨ ਵਿੱਚ ਕਦੇ ਅੰਧੇਰਾ ਨਾ ਆਉਣ ਦੇਵੀਂ, ਦੀਵਾ ਜਗਾ। ਗੁਰੂ ਜੀ ਫਿਰ ਕਿਹੜਾ ਦੀਵਾ ਜਗਾਵਾ? ਜਿਹੜੇ ਘਰਾਂ ਵਿੱਚ ਦੀਵੇ ਜਗਾਉਣੇ, ਕੀ ਇਹ ਜਗਾਉਣਾ ਦੀਵਾ? ਕਿਸੇ ਜਗ੍ਹਾ ਤੇ ਦੀਵੇ ਜਗਾਉਣ ਦੀ ਗੱਲ ਹੈ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਸਾਨੂੰ ਰੱਬ ਨਾਲੋਂ ਤੋੜਨਾ ਸੀ, ਉਹਨਾਂ ਨੇ ਬੜੀ ਖੂਬਸੂਰਤ ਇੱਕ ਪਲੈਨਿੰਗ ਘੜੀ। ਖੂਬਸੂਰਤ ਇਸ ਕਰਕੇ ਕਿ ਕਾਮਯਾਬ ਹੋ ਗਏ ਆ। ਕਿ ਉਹਨਾਂ ਨੇ ਜਿਹੜੀ ਚੀਜ਼ ਧਰਮ ਦੀ ਸੀ ਨਾ, ਉਹ ਸਾਡੇ ਮਨ ਨਾਲੋਂ ਤੋੜ ਕੇ, ਜੀਵਨ ਨਾਲੋਂ ਤੋੜ ਕੇ ਤਨ ਦੇ ਨਾਲ ਜੋੜ ਦਿੱਤੀ, ਬਾਹਰ ਮੁਖੀ ਲੈ ਆਂਦਾ। ਜਿੰਨਾ ਧਰਮ ਦਾ ਕਰਮ ਹੈ, ਧਰਮ ਦਾ ਲਿਬਾਸ ਹੈ, ਸਾਰਾ ਕੁਝ ਬਾਹਰ ਹੈ, ਅੰਦਰ ਨਹੀਂ ਹੈ, ਬਾਹਰ ਹੈ। ਬਾਣੀ ਪੜ੍ਹ ਰਹੇ ਹਾਂ, ਬਾਹਰ ਹੈ। ਮੈਂ ਕਈ ਵਾਰ ਸੋਚਦਾ, ਅਸੀਂ ਗੁਰਬਾਣੀ ਪੜ੍ਹ ਰਹੇ ਹੁੰਦੇ ਹਾਂ, ਕੀ ਸੋਚ ਰਹੇ ਹੁੰਦੇ? ਸਾਡੇ ਦਿਮਾਗ 'ਚ ਕੀ ਹੁੰਦਾ ਹੈ? ਅਸੀਂ ਬਾਣੀ ਪੜ੍ਹ ਰਹੇ ਹਾਂ ਤੇ ਰੱਬ ਸੁਣ ਰਿਹਾ ਹੈ, ਉਹ ਸੁਣ ਕੇ ਖੁਸ਼ ਹੋ ਕੇ ਕਿਰਪਾ ਕਰੇਗਾ। ਕੀ ਇਹ ਬਾਣੀ ਰੱਬ ਨੂੰ ਸੁਣਾਉਣ ਦਾ ਵਿਸ਼ਾ? ਰੱਬ ਨੂੰ ਸੁਣਾਉਣ ਦਾ ਮਤਲਬ ਹੋ ਗਿਆ ਫਿਰ ਬਾਹਰ ਚਲੇਗੀ, ਕਿਸੇ ਹੋਰ ਲਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਸਮਾਪਤੀ ਹੁੰਦੀ ਹੈ ਨਾ, 24 ਤਰੀਕ ਨੂੰ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਣੀ, ਸ਼ਲੋਕ ਪੜ੍ਹੇ ਜਾਣੇ ਆ ਸਮਾਪਤੀ ਦੇ। ਤੇ ਪਿੰਡਾਂ ਥਾਵਾਂ 'ਚ ਆਪਣੇ ਬਜ਼ੁਰਗ ਪਤਾ ਕੀ ਕਹਿੰਦੇ ਸੀ? ਕਹਿੰਦੇ ਸੀ ਜੀ ਹੁਣ ਭੋਗ ਪੈਣ ਲੱਗਾ, ਸਮਾਪਤੀ ਦੇ ਸ਼ਲੋਕ ਜਿਹਨੇ ਪੂਰਾ ਗੁਰੂ ਗ੍ਰੰਥ ਸਾਹਿਬ ਨਹੀਂ ਸੁਣਿਆ, ਘੱਟੋ ਘੱਟ ਇਹ ਜ਼ਰੂਰ ਸੁਣ ਲਓ, ਪੂਰਾ ਫਲ ਮਿਲ ਜਾਏਗਾ। ਉਹਦਾ ਮਤਲਬ ਕੀ ਹੈ? ਜਦੋਂ ਕੋਈ ਲੇਖਕ ਲਿਖਾਰੀ ਲਿਖਦਾ ਹੈ ਨਾ, ਆਪਣੇ ਲੇਖ ਦੇ ਪਿੱਛੇ ਉਹਨੇ ਸਾਰ ਅੰਸ਼ ਲਿਖਿਆ ਹੁੰਦਾ ਹੈ। ਸਾਰ ਅੰਸ਼ ਦਾ ਮਤਲਬ ਹੁੰਦਾ ਇਸ ਲੇਖ ਵਿੱਚ ਐਸ ਸਬਜੈਕਟ ਦੀ ਗੱਲ ਕੀਤੀ ਗਈ ਹੈ। ਉਹ ਜਿੰਨੇ ਸ਼ਲੋਕ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ, ਪੜ੍ਹ ਕੇ ਵੇਖ ਲਿਓ ਤੁਸੀਂ, ਹਰ ਸ਼ਲੋਕ ਇੱਕ ਸਬਜੈਕਟ ਦੀ ਗੱਲ ਕਰ ਰਿਹਾ ਹੈ ਕਿ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਹ ਸਬਜੈਕਟ ਦੀ ਗੱਲ ਕੀਤੀ ਗਈ ਹੈ। ਇਹਨੂੰ ਜ਼ਰੂਰ ਧਿਆਨ ਨਾਲ ਸੁਣੋ, ਪੜ੍ਹੋ। ਫਿਰ ਹੇਕਾਂ ਲਾ ਲਾ ਕੇ ਗ੍ਰੰਥੀ ਸਿੰਘ ਸੁਣਾਉਂਦੇ ਹੁੰਦੇ ਸਾਨੂੰ, ਕਿਉਂ? ਤਾਂ ਕਿ ਸਾਨੂੰ ਸਮਝ ਆ ਜਾਏ, ਕਿਤੇ ਤੇਜ਼ੀ ਨਾਲ ਨਾ ਪੜ੍ਹਿਆ ਜਾਵੇ। ਤੇ ਜਿੰਨੇ ਸ਼ਲੋਕ ਨੇ, ਸ਼ਲੋਕਾਂ ਦੇ ਵਿੱਚ ਇਹੀ ਤੁਹਾਨੂੰ ਮਿਲੇਗਾ, ਕਹੋ ਨਾਨਕ ਸੁਨ ਰੇ ਮਨਾ, ਕਹੋ ਨਾਨਕ ਹਰ ਭਜ
ਮਨਾ ਮਨ ਨੂੰ ਸੰਬੋਧਨ ਹੈ, ਰੱਬ ਨੂੰ ਸੰਬੋਧਨ ਨਹੀਂ। ਗੁਰਬਾਣੀ ਮਨ ਨੂੰ ਸੁਣਾਉਣੀ ਹੈ, ਰੱਬ ਨੂੰ ਨਹੀਂ। ਮੈਂ ਗੁਰਬਾਣੀ ਪੜ੍ਹਦਾ ਆਪਣੇ ਆਪ ਨੂੰ ਸੁਣਾਉਣ ਲਈ, ਰੱਬ ਨੂੰ ਸੁਣਾਉਣ ਲਈ ਨਹੀਂ। ਰੱਬ ਨੇ ਤੇ ਮੈਨੂੰ ਸੁਣਾਈ ਹੈ ਗੁਰੂ ਦੇ ਜ਼ਰੀਏ। ਆ ਸੁਣ ਤੇ ਇਹਨੂੰ ਜੀਵਨ ਵਿੱਚ ਕਮਾ। ਗੁਰੂ ਜ਼ਰੀਏ ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਨੇ ਸ਼ਬਦ ਪ੍ਰਗਟ ਕੀਤਾ ਮੇਰੇ ਲਈ। ਜ਼ਰੀਆ ਗੁਰੂ ਨਾਨਕ ਸਾਹਿਬ ਬਣੇ ਨੇ, ਗੁਰੂ ਅੰਗਦ ਸਾਹਿਬ ਬਣੇ ਨੇ, ਭਗਤ ਸਾਹਿਬਾਨ ਬਣੇ ਨੇ। ਉਹਨਾਂ ਦੇ ਰਾਹੀਂ ਬਾਣੀ ਮੈਨੂੰ ਸੁਣਾਈ ਹੈ, ਮੈਂ ਸੁਣ ਕੇ ਉਹਨੂੰ ਜੀਵਨ ਦੇ ਵਿੱਚ ਕਮਾਉਣਾ ਹੈ। ਅਫਸੋਸ ਇਹ ਬਣ ਗਿਆ ਗੁਰਬਾਣੀ ਨੂੰ ਮੈਂ ਆਪਣੇ ਆਪ ਨੂੰ ਸੁਣਾਉਣੀ ਹੈ, ਇਹ ਚੀਜ਼ ਪਾਸੇ ਕਰਕੇ ਬੜੇ ਖੂਬਸੂਰਤ ਤਰੀਕੇ ਨਾਲ ਕਹਿ ਦਿੱਤਾ। ਗੁਰੂ ਪਿਆਰੀ ਸਾਧ ਸੰਗਤ, ਤੁਸੀਂ ਬਾਣੀ ਪੜ੍ਹਦੇ ਹੋ, ਰੱਬ ਸੁਣਦਾ ਤੇ ਸੁਣ ਕੇ ਖੁਸ਼ ਹੁੰਦਾ ਹੈ, ਫਿਰ ਬਖਸ਼ਿਸ਼ਾਂ ਕਰਦਾ ਹੈ। ਤੁਸੀਂ 40 ਦਿਨ ਆਹ ਬਾਣੀ ਪੜ੍ਹੋ, 21 ਦਿਨ ਆਹ ਬਾਣੀ ਪੜ੍ਹੋ, ਰੱਬ ਖੁਸ਼ ਹੋਵੇਗਾ। ਇਹਦਾ ਮਤਲਬ ਰੱਬ ਫਿਰ ਖੁਸ਼ ਉਦੋਂ ਹੁੰਦਾ ਜਦੋਂ ਬਾਣੀ ਸੁਣਦਾ ਹੈ, ਉਸ ਤਰ੍ਹਾਂ ਰੱਬ ਖੁਸ਼ ਨਹੀਂ ਰਹਿੰਦਾ। ਬਾਕੀ ਦਿਨ ਰੱਬ ਖੁਸ਼ ਨਹੀਂ ਹੁੰਦਾ। ਮੈਂ ਜਿਉਂਦਾ, ਮੈਨੂੰ ਸਵਾਸ ਮਿਲਣ ਵਾਸਤੇ ਹਵਾ ਮਿਲ ਰਹੀ ਹੈ, ਮੈਨੂੰ ਐਨਰਜੀ ਰੋਸ਼ਨੀ ਲਈ ਸੂਰਜ ਦੀ ਰੋਸ਼ਨੀ ਮਿਲ ਰਹੀ ਹੈ, ਇਹ ਧਰਤੀ ਪਾਣੀ ਸਾਰਾ ਕੁਝ ਮਿਲੇ, ਰੱਬ ਦੀ ਖੁਸ਼ੀ ਤੇ ਹੈ। ਹੋਰ ਰੱਬ ਦੀ ਖੁਸ਼ੀ ਕੀ ਹੁੰਦੀ ਹੈ? ਉਹ ਕਹਿੰਦਾ ਤੇਰੇ ਤਨ ਤੇ ਕੱਪੜਾ ਹੋ ਸਕਦਾ ਭਾਵੇਂ ਢੰਗ ਦਾ ਨਾ ਵੀ ਪਾਇਆ ਹੋਵੇ, ਪਰ ਤੈਨੂੰ ਜਿਉਂਦਿਆਂ ਰੱਖਣ ਲਈ ਮੈਂ ਭੋਜਨ, ਪਾਣੀ, ਹਵਾ ਤੇ ਧਰਤੀ, ਇੱਕ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗਾ। ਰੱਬ ਦੀ ਖੁਸ਼ੀ ਹੈ। ਮਨ ਨੂੰ ਸੁਣਾਉਣੀ ਹੈ, ਮਨ ਨੇ ਸੁਣ ਕੇ ਉਹਨੂੰ ਸਮਝਣਾ ਹੈ, ਵਿਚਾਰਨਾ ਹੈ ਤੇ ਉਹਨੂੰ ਕਮਾਉਣਾ ਹੈ। ਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਦੀਵਾ ਆਈ ਪੋਥੀ ਪ੍ਰਾਣ ਕਮਾਈ ਹੈ। ਪੋਥੀ ਪ੍ਰਾਣ ਦਾ ਅਰਥ ਹੈ ਧਾਰਮਿਕ ਗ੍ਰੰਥ। ਕਮਾਈਆ ਦਾ ਅਰਥ ਕੀ ਹੈ? ਕਮਾਉਣਾ, ਪ੍ਰੈਕਟੀਕਲ ਕਮਾਉਣਾ। ਜੋ ਇਹਦੇ ਵਿੱਚ ਲਿਖਿਆ ਉਹਨੂੰ ਪ੍ਰੈਕਟੀਕਲ ਜੀਵਨ ਵਿੱਚ ਕਮਾਉਣਾ। ਸਾਨੂੰ ਤੇ ਕਈਆਂ ਨੇ ਇਹ ਵੀ ਸਮਝਾਤਾ ਨਹੀਂ ਜੀ, ਅੱਖਾਂ ਬੰਦ ਕਰਕੇ ਸਾਹ ਉੱਪਰ ਨੂੰ ਖਿੱਚਦੇ ਸ਼ਬਦ ਲੈ ਕੇ ਜਾਓ, ਸ਼ਬਦ ਦੀ ਕਮਾਈ ਹੋ ਰਹੀ ਹੈ। ਸ਼ਬਦ ਦੀ ਕਮਾਈ ਹੈ ਪ੍ਰੈਕਟੀਕਲ ਜੀਵਨ ਦੇ ਵਿੱਚ, ਉਹ ਸ਼ਬਦ ਸਾਡੇ ਵਰਤ ਰਿਹਾ ਹੈ। ਮੈਂ ਤੁਹਾਡੇ ਨਾਲ ਜ਼ੁਬਾਨ ਨਾਲ ਗੱਲ ਕਰ ਰਿਹਾ ਵਾਂ, ਮੂੰਹੋਂ ਕੇ ਬੋਲਣ ਬੋਲੀ ਹੈ, ਜਿਤ ਸੁਣ ਧਰੇ ਪਿਆਰ, ਇਹ ਸ਼ਬਦ ਉਹਦੇ ਵਿੱਚ ਵਰਤ ਰਿਹਾ ਹੋਵੇ। ਮੈਂ ਤੁਹਾਡੇ ਵੱਲ ਦੇਖ ਰਿਹਾ, ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ, ਇਹ ਉਹਦੇ ਚ ਵਰਤ ਰਿਹਾ ਹੋਵੇ। ਮੈਂ ਕੁਝ ਸੁਣ ਰਿਹਾ, ਇਹ ਸਰਵਣੋ ਮੇਰੇ ਹੋ, ਹਰ ਸਾਚੈ ਸੁਣਨਾ ਨੂੰ ਪਠਾਏ, ਇਹ ਉਹਦੇ ਵਿੱਚ ਵਰਤ ਰਿਹਾ ਹੋਵੇ ਗੁਰੂ ਦਾ ਸ਼ਬਦ। ਇਹ ਹੈ ਸ਼ਬਦ ਦੀ ਕਮਾਈ। ਹੋਰ ਅੱਖਾਂ ਬੰਦ ਕਰਕੇ ਸਵਾਹ ਤਾਂ ਚੜਾ ਕੇ ਅੱਧੇ ਅੱਖਰ ਅੰਦਰ ਅੱਧੇ ਬਾਹਰ ਕੱਢਣੇ, ਇਹ ਸ਼ਬਦ ਦੀ ਕਮਾਈ ਨਹੀਂ ਗੀ। ਸ਼ਬਦ ਦੀ ਕਮਾਈ ਪ੍ਰੈਕਟੀਕਲ। ਗੁਰ ਕੈ ਸ਼ਬਦ ਬਣਾਵੋ, ਇਹ ਮਨ, ਇਸ ਮਨ ਨੂੰ ਗੁਰੂ ਦਾ ਸ਼ਬਦ ਬਣਾਉਣਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ, ਸ਼ਬਦ ਬਣਨਾ ਹੈ, ਗੁਰਬਾਣੀ ਦਾ ਰੂਪ ਬਣਨਾ ਹੈ ਸਾਡੇ ਜੀਵਨ ਨੂੰ। ਖੈਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਪੋਥੀ ਪੁਰਾਣ ਕਮਾਈ ਹੈ। ਇਸ ਧਾਰਮਿਕ ਗ੍ਰੰਥਾਂ ਨੂੰ ਕਮਾਉਣਾ ਹੈ, ਤੇ ਕਮਾਉਣਾ ਕਿਵੇਂ ਹੈ? ਭਉ ਵੱਟੀ ਇਤ ਤਨ ਪਾਈ ਹੈ। ਭਉ ਨਿਰਮਲ ਭਉ, ਅਦਬ, ਸਤਕਾਰ, ਭੈ ਭਾਵਨੀ, ਇਹ ਸਾਡੇ ਅੰਦਰ ਹੋਵੇ। ਸੱਚ ਬੂਝਣ ਆਣ ਜਲਾਈ ਹੈ। ਜਿਵੇਂ ਆਪਾਂ ਕੋਈ ਤੀਲੀ ਜਗਾ ਕੇ ਜਗਾਉਂਦਾ ਦੀਵਾ, ਜਾਂ ਕਿਸੇ ਨੇ ਉਹ ਲਾਈਟਰ ਰੱਖਿਆ ਹੁੰਦਾ ਹੈ। ਸੱਚ ਨੂੰ ਸਮਝਣਾ, ਸੱਚ ਦੇ ਨਾਲ ਜੀਵਨ ਦੀ ਸਾਂਝ ਬਣਾਉਣੀ, ਇਹ ਹੈ ਉਸ ਦੀਵੇ ਨੂੰ ਚਲਾਉਣਾ। ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋਂ ਮਿਲ। ਗੁਰੂ ਬਖਸ਼ਿਸ਼ ਕਰੇ ਕਿਤੇ ਇਹ ਜਿਹੜਾ ਸ਼ਬਦ ਦਾ ਦੀਪਕ ਹੈ, ਇਹ ਗੁਰਬਾਣੀ ਦੇ ਗਿਆਨ ਦਾ ਦੀਪਕ ਹੈ, ਇਹ ਸਾਡੇ ਜੀਵਨ ਦੇ ਵਿੱਚ ਜਗੇ, ਤਾਂ ਕਿ ਸਾਡੇ ਜੀਵਨ ਵਿੱਚ ਪ੍ਰਕਾਸ਼ ਹੋ ਜਾਵੇ, ਸਾਨੂੰ ਸਮਝ ਆ ਜਾਵੇ ਮੇਰਾ ਸਤਿਗੁਰ ਦਾਤਾ ਬੰਦੀ ਛੋੜ ਹੈ, ਤੇ ਅਸੀਂ ਗੁਰੂ ਦੀ ਸੰਗਤ, ਗੁਰੂ ਦਾ ਸੰਗ ਕਰਨਾ ਹੈ, ਤਾਂ ਕਿ ਗੁਰੂ ਵਿਕਾਰਾਂ ਤੋਂ, ਇਹਨਾਂ ਦੁੱਖਾਂ ਕਲੇਸ਼ਾਂ ਵਹਿਮਾਂ ਭਰਮਾਂ ਤੋਂ ਸਾਨੂੰ ਆਜ਼ਾਦ ਕਰਵਾ ਲਵੇ। ਇੱਥੇ ਸਮਾਪਤੀ ਕਰਦੇ ਹਾਂ ਜੀ। ਬਾਕੀ ਦੀਆਂ ਵਿਚਾਰਾਂ 24 ਨਵੰਬਰ ਨੂੰ ਦਿਨ ਦੇ ਸਮੇਂ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਹੈ, ਉਹ ਮਨਾ ਰਹੇ ਨੇ ਇੱਥੇ ਗੁਰਦੁਆਰਾ ਸਾਹਿਬ।
ਤੇ ਉਸ ਦਿਨ ਫਿਰ ਆਪਾਂ ਹਾਜ਼ਰੀ ਭਰਾਂਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਉਹਦੀ ਲਾਸਾਨੀ ਮਨੁੱਖੀ ਅਧਿਕਾਰਾਂ ਦੀ ਖਾਤਰ ਜਿਹੜੀ ਸ਼ਹਾਦਤ ਹੈ, ਅਸੀਂ ਤੇ ਰੂਪ ਹੀ ਬਦਲ ਕੇ ਬੈਠ ਗਏ ਗੁਰੂ ਸਾਹਿਬਾਨਾਂ ਦੇ ਦਿਹਾੜਿਆਂ ਦੇ ਵੀ। ਉਹ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਜਿਹੜੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ, ਕਿੱਡਾ ਖੂਬਸੂਰਤ ਫਲਸਫਾ ਹੈ। 9 ਸਾਲ ਦੀ ਉਮਰ ਗੁਰੂ ਨਾਨਕ ਪਾਤਸ਼ਾਹ ਜੀ ਦੀ, ਜਿਹਨੇ ਉਹ ਧੱਕੇ ਨਾਲ ਪਹਿਨਣਾ ਇਨਕਾਰ ਕਰ ਦਿੱਤਾ, ਉਹੀ ਏਜ ਹੈ 10ਵੇਂ ਪਾਤਸ਼ਾਹ ਜੀ ਦੀ, ਜਿਹਨੇ ਉਹ ਧੱਕੇ ਨਾਲ ਲਾਉਣਾ ਹੈ, ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ, ਆਪਣੇ ਪਿਤਾ ਦੀ ਸ਼ਹਾਦਤ ਵਾਸਤੇ ਤੋਰ ਦਿੱਤਾ। ਉਹ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ, ਉਸ ਦਿਨ ਵੀ ਆਪਾਂ ਇਕੱਤਰ ਹੋਵਾਂਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਸ ਖੂਬਸੂਰਤ ਇਤਿਹਾਸ ਸ਼ਹੀਦੀ ਦਾ ਜਿਹੜਾ ਉਹਨੂੰ ਸਾਂਝਾ ਕਰਾਂਗੇ ਜੀ। ਅੱਜ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਮਾਫੀ ਦੇਣੀ, ਸਤਿਗੁਰ ਰਹਿਮਤ ਕਰਨ। ਬੰਦੀ ਛੋੜ ਦਿਵਸ ਮਨਾ ਰਹੇ ਹਾਂ, ਖੁਸ਼ੀਆਂ ਖੇੜਿਆਂ ਦੇ ਨਾਲ ਸਾਡਾ ਜੀਵਨ ਭਰਿਆ ਰਵੇ। ਸਤਿਗੁਰੂ ਜੀ ਦੇ ਖੂਬਸੂਰਤ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਸਾਡੇ ਜੀਵਨ ਦੇ ਗਵਾਹੀ ਕਰੇ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਆਓ ਪਿਆਰ ਦੇ ਨਾਲ ਰਸਨਾ ਦੀ ਸਾਂਝ ਪਾਉਂਦੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ